ਹੈਲੋ एवरीवन ਗੈਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ 17ਵਾਂ ਦੇਖਣ ਲੱਗੇ ਹਾਂ। ਅੱਜ ਅਸੀਂ MCQs ਦੀ ਪ੍ਰੈਕਟਿਸ ਕਰਾਂਗੇ। ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਜਿਹੜਾ BRS ਹੈ, ਜਿਹੜਾ ਆਪਾਂ ਪਿਛਲਾ ਟੌਪਿਕ ਕੀਤਾ ਹੈ, ਉਹਦੇ ਉੱਪਰ ਕੁਝ MCQs ਦੀ ਪ੍ਰੈਕਟਿਸ ਕਰਾਂਗੇ। ਨਾਲ ਜਿਹੜੇ ਪਿਛਲੇ ਕੋਈ ਟੌਪਿਕਸ ਨੇ ਉਹਦੇ ਵੀ ਮਿਕਸ ਕੁਐਸਚਨ ਵਿੱਚ ਹੀ ਹੋਣਗੇ। ਠੀਕ ਹੈ, ਆਪਾਂ ਪ੍ਰੈਕਟਿਸ ਨਾਲ ਕਰਦੇ ਜਾਵਾਂਗੇ। ਇੱਕ ਤਰ੍ਹਾਂ ਦੀ ਪ੍ਰੈਕਟਿਸ ਹੈ। ਠੀਕ ਹੈ, ਤੁਹਾਡਾ ਰਿਵੀਜ਼ਨ ਹੈ। ਤੁਹਾਡੀ MCQs ਦੁਆਰਾ ਵੀ ਰਿਵੀਜ਼ਨ ਹੋ ਰਹੀ ਹੈ। ਇੱਕ ਤਾਂ ਤੁਸੀਂ ਟੌਪਿਕ ਤਾਂ ਸਮਝ ਹੀ ਰਹੇ ਹੋ, ਤੁਹਾਡੀ MCQs ਦੁਆਰਾ ਰਿਵੀਜ਼ਨ ਵੀ ਹੋ ਰਹੀ ਹੈ ਅਤੇ ਵੀਕਲੀ ਟੈਸਟ ਵੀ ਹੋ ਰਹੇ। ਠੀਕ ਹੈ, ਤੁਹਾਡੀ ਪਕੜ ਮਜ਼ਬੂਤ ਹੋ ਜਾਏਗੀ। ਠੀਕ ਹੈ, ਮੈਂ ਚਾਹੁੰਦਾ ਕਿ ਜਿਹੜੇ ਤੁਹਾਡੇ 10 ਮਾਰਕ ਦਾ ਕੁਐਸਚਨਸ ਆਉਣਗੇ ਤਾਂ 10 ਮਾਰਕਸ ਆਉਣ ਤੁਹਾਨੂੰ। ਠੀਕ ਹੈ, ਮੇਰਾ ਪਰਪਸ ਇਹ ਹੈ। ਠੀਕ ਹੈ ਫਰੈਂਡਸ, ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਕਰਿਓ, ਮੈਂ ਰਿਪਲਾਈ ਕਰਾਂਗਾ ਉਹਦਾ। ਠੀਕ ਹੈ ਨਾ ਫਰੈਂਡਸ, ਤਾਂ ਤੁਹਾਡੇ ਨਾਲ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ ਜੋ ਬਹੁਤ ਜ਼ਰੂਰੀ ਹੈ। ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ www.gismentotest.com ਤੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ। ਮੌਕ ਟੈਸਟ ਨਾਲ ਤੁਹਾਨੂੰ ਕੀ ਬੈਨੀਫਿਟ ਹੋਏਗਾ, ਤੁਹਾਨੂੰ ਇਹ ਪਤਾ ਲੱਗੇਗਾ ਮੈਂ ਕਿੱਥੇ ਸਟੈਂਡ ਕਰ ਰਿਹਾ, ਤੁਹਾਡੇ ਕਿਸ ਸਬਜੈਕਟ ਵਿੱਚ ਪਕੜ ਮਜ਼ਬੂਤ ਨਹੀਂ ਹੈ, ਕਿਸ ਸਬਜੈਕਟ ਵਿੱਚ ਪਕੜ ਮਜ਼ਬੂਤ ਹੈ, ਤੁਸੀਂ ਕਿਸ ਵੱਲ ਜ਼ਿਆਦਾ ਟਾਈਮ ਦੇਣ ਦੀ ਲੋੜ ਹੈ। ਠੀਕ ਹੈ ਨਾ, ਜੇ ਤੁਸੀਂ ਅਕਾਊਂਟ ਸੈਕਸ਼ਨ ਦੀ ਮੌਕ ਟੈਸਟ ਵਿੱਚ ਹੀ ਦੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਯਾਰ ਇਹ ਕੁਐਸਚਨ ਠੀਕ ਨਹੀਂ ਹੈ। ਤੁਸੀਂ ਮੈਨੂੰ ਆ ਕੇ ਪੁੱਛੋਗੇ, ਮੈਨੂੰ ਕਮੈਂਟ ਕਰੋਗੇ, ਮੈਂ ਉਹਦਾ ਰਿਪਲਾਈ ਕਰਾਂਗਾ। ਸੋ ਮੌਕ ਟੈਸਟ ਜ਼ਰੂਰੀ ਨੇ, ਮੌਕ ਟੈਸਟ ਜ਼ਰੂਰ ਦਿਓ। ਠੀਕ ਹੈ ਨਾ, ਤਾਂ ਉਹਦੇ ਲਈ ਤੁਸੀਂ www.gismentotest.com ਤੋਂ ਜਾ ਕੇ ਖਰੀਦ ਸਕਦੇ ਹੋ। ਠੀਕ ਹੈ, ਆਪਾਂ ਅੱਜ MCQs ਦੀ ਪ੍ਰੈਕਟਿਸ ਕਰਨੀ ਹੈ, ਤਾਂ ਸਿਰਫ ਪ੍ਰੈਕਟਿਸ ਕਰਨੀ ਹੈ। ਠੀਕ ਹੈ, ਆਪਾਂ ਵੀਕਲੀ ਟੈਸਟ ਆਪਾਂ ਲੈਂਦੇ ਲਵਾਂਗੇ। ਠੀਕ ਹੈ, ਅੱਜ ਅਸੀਂ ਆਪਾਂ ਪਹਿਲਾ ਕੁਐਸਚਨ ਦੇਖਾਂਗੇ। ਦ ਮੇਨ ਪਰਪਸ ਆਫ preparing a bank reconciliation statement is, main purpose ਕੀ ਹੈ? To know the bank balance, to know the balance of bank statement, to correct the cash book, to identify the causes of difference between cash book and bank statement। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? 5 ਸੈਕਿੰਡ ਤੁਹਾਡੇ ਕੋਲ। ਇਹ ਆਪਸ਼ਨ ਹੋਏਗਾ ਡੀ ਠੀਕ ਹੋਏਗਾ। ਠੀਕ ਹੈ, ਡੀ ਆਪਸ਼ਨ ਠੀਕ ਹੋਏਗਾ। ਆਪਾਂ ਡਿਫਰੈਂਸ ਪਤਾ ਕਰਨਾ ਹੁੰਦਾ, ਆਪਾਂ ਨੇ ਆਪਣਾ ਮੇਨ ਪਰਪਸ ਕੀ ਹੈ? ਡਿਫਰੈਂਸ ਪਤਾ ਕਰਨਾ ਕਿ ਕੈਸ਼ ਬੁੱਕ ਅਤੇ ਬੈਂਕ ਸਟੇਟਮੈਂਟ ਦਾ ਜਿਹੜਾ ਬੈਲੈਂਸ ਹੈ, ਠੀਕ ਹੈ ਨਾ, ਉਹ ਕਿਉਂ ਘੱਟ ਆ ਰਿਹਾ। ਹੁਣ ਪਾਸਬੁੱਕ 'ਚ 70,000 ਆ ਰਿਹਾ, 70,000 ਰੁਪਏ ਪਿਆ, ਮਗਰ ਮੇਰੇ ਕੈਸ਼ ਬੁੱਕ 'ਚ 60,000 ਦਿਖਾ ਰਿਹਾ। ਕੈਸ਼ ਬੁੱਕ 'ਚ ਜਿਹੜਾ ਬੈਂਕ ਬੈਲੈਂਸ ਹੈ ਉਹ 60,000 ਦਿਖਾ ਰਿਹਾ। ਇਹ 10,000 ਦਾ ਕੀ ਫਰਕ ਆ ਰਿਹਾ? ਕਿਹੜੀ ਐਂਟਰੀ ਜਿਹੜੀ ਮੈਂ ਨਹੀਂ ਪਾਈ, ਅਤੇ ਜਾਂ ਤਾਂ ਬੈਂਕ ਨੇ ਪਾਈ ਹੈ, ਜਾਂ ਤਾਂ ਮੈਂ ਨਹੀਂ ਪਾਈ, ਜਾਂ ਤਾਂ ਮੈਂ ਪਾਈ ਹੈ ਬੈਂਕ ਨੇ ਨਹੀਂ ਪਾਈ। ਇਹ ਸਾਰੀ ਚੀਜ਼ਾਂ ਦੇਖਣੀਆਂ। ਠੀਕ ਹੈ ਨਾ, ਉਹਦੇ ਲਈ ਆਪਾਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਬਣਾਉਂਦੇ ਹਾਂ। ਉਹਨੂੰ ਕਹਿੰਦੇ BRS, ਸ਼ੋਰਟ ਫਾਰਮ 'ਚ ਕੀ ਕਹਿੰਦੇ ਆ? BRS। ਉਹ ਚੀਜ਼ਾਂ ਪਤਾ ਕਰਨਗੀਆਂ ਜੋ ਸਾਡੇ ਬੈਲੈਂਸ ਨੂੰ ਜਿੰਨਾ ਵੀ ਡਿਫਰੈਂਸ ਆ ਰਿਹਾ ਉਹਨੂੰ ਘਟਾ ਦੇਵੇ, ਪਤਾ ਲਗਾ ਦੇਵੇ ਕਿ ਕੀ ਪ੍ਰੋਬਲਮ ਆ ਰਹੀ, ਮੈਨੂੰ ਆਪਣੀ ਬੁੱਕਸ ਠੀਕ ਕਰਨੀ ਹੈ। ਠੀਕ ਹੈ ਨਾ, ਸੋ ਡੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ, ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਇਜ਼, ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਕੀ ਹੈ? ਪਾਰਟ ਆਫ ਬੈਂਕ ਸਟੇਟਮੈਂਟ ਹੈ, ਪਾਰਟ ਆਫ ਦੀ ਕੈਸ਼ ਬੁੱਕ ਹੈ, ਅ ਸੈਪਰੇਟ ਸਟੇਟਮੈਂਟ ਹੈ, ਅ ਸਬ ਡਿਵੀਜ਼ਨਲ ਆਫ ਜਰਨਲ ਹੈ। ਦੱਸੋ, 5 ਸੈਕਿੰਡ ਤੁਹਾਡੇ ਕੋਲ। ਇਹ ਹੈਗਾ ਸੈਪਰੇਟ ਸਟੇਟਮੈਂਟ, ਇੱਕ ਤਰ੍ਹਾਂ ਦਾ ਸੈਪਰੇਟ ਸਟੇਟਮੈਂਟ ਹੀ ਹੈ, ਪਾਰਟ ਥੋੜਾ ਬੈਂਕ ਸਟੇਟਮੈਂਟ ਦਾ। ਜੇ ਸਾਡੇ ਕੋਈ ਗਲਤ ਐਂਟਰੀ ਨਹੀਂ ਹੈ ਤਾਂ ਆਪਾਂ BRS ਕਿਉਂ ਬਣਾਵਾਂਗੇ? ਜੇ ਸਾਡਾ ਬੈਲੈਂਸ ਨਹੀਂ ਮਿਲ ਰਿਹਾ ਅਸੀਂ ਤਾਂ ਹੀ ਬਣਾਵਾਂਗੇ ਨਾ, ਇੱਕ ਸੈਪਰੇਟ ਸਟੇਟਮੈਂਟ ਹੀ ਬਣਾਵਾਂਗੇ। ਠੀਕ ਹੈ ਨਾ, ਕੈਸ਼ ਬੁੱਕ ਦਾ ਵੀ ਨਹੀਂ ਹੈ, ਨਾ ਸਬ ਡਿਵੀਜ਼ਨਲ ਹੈ ਜਰਨਲ ਦਾ। ਇਹ ਆਪਾਂ ਉਦੋਂ ਹੀ ਬਣਾਉਂਦੇ ਜੇ ਸਾਨੂੰ ਲੱਗਦਾ ਹੋਵੇ ਕਿ ਸਾਡਾ ਜਿਹੜਾ ਬੈਲੈਂਸ ਹੈ ਕੈਸ਼ ਬੁੱਕ 'ਚ ਬੈਂਕ ਬੈਲੈਂਸ ਜਿਹੜਾ ਹੈ ਉਹ ਸਾਡੇ ਜਿਹੜੇ ਪਾਸਬੁੱਕ ਦਾ ਬੈਲੈਂਸ ਉਹਦੇ ਨਾਲ ਮੇਲ ਨਹੀਂ ਖਾ ਰਿਹਾ। ਐਸੀ ਕੀ ਪ੍ਰੋਬਲਮ ਆ ਰਹੀ ਹੈ, ਮੈਂ ਦੇਖਾਂਗਾ ਜਾ ਕੇ, BRS ਬਣਾਵਾਂਗਾ, ਮੈਂ ਆਪਣੀ ਬੁੱਕਸ ਨੂੰ ਠੀਕ ਕਰਾਂਗਾ। ਠੀਕ ਹੈ ਨਾ ਫਰੈਂਡਸ, ਉਰੇ ਆ ਜਾਏਗਾ C ਆਪਸ਼ਨ। ਅਗਲਾ ਕੁਐਸਚਨ ਹੈ, ਅਨਕਲੈਕਟਿਡ ਚੈੱਕਸ ਆਰ ਆਲਸੋ ਨੋਨ ਐਜ਼। ਅਨਕਲੈਕਟਿਡ ਚੈੱਕਸ ਕੀ ਮਤਲਬ ਹੋਇਆ ਕਿ ਮੈਨੇ ਕਸਟਮਰ ਨੇ ਤਾਂ ਜਾ ਕੇ ਚੈੱਕ ਡਿਪੋਜ਼ਿਟ ਕਰਾ ਤਾ, ਮਗਰ ਬੈਂਕ ਨੇ ਨਹੀਂ ਹਾਲੇ ਕਲੈਕਟ ਕੀਤਾ। ਬੈਂਕ ਨੇ ਨਹੀਂ ਮਤਲਬ ਤੁਸੀਂ ਅਨਕਲੈਕਟਿਡ ਦਾ ਮਤਲਬ ਇਹ ਵੀ ਕਹਿ ਸਕਦੇ ਹੋ ਕਿ ਉਹਨਾਂ ਨੇ ਤੁਹਾਡਾ ਅਮਾਊਂਟ ਜਿਹੜੀ ਹੈ, ਸਪੋਜ਼ ਕੋ ਤੁਹਾਨੂੰ ਕੋਈ ਚੈੱਕ ਮਿਲਿਆ, ਤੁਸੀਂ ਅੱਗੇ ਜਾ ਕੇ ਜਮ੍ਹਾਂ ਕਰਾਤਾ ਬੈਂਕ 'ਚ, ਬੈਂਕ ਨੇ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਨਹੀਂ ਕੀਤਾ। ਉਹ ਬੈਂਕ ਤਾਂ ਹਮੇਸ਼ਾ ਕ੍ਰੈਡਿਟ ਕਰੇਗਾ, ਤੁਹਾਨੂੰ ਮੈਂ ਦੱਸਿਆ ਸੀ। ਪਾਸਬੁੱਕ 'ਚ ਆਪਾਂ ਦੇਖਦੇ ਹਾਂ CR ਲਿਖਿਆ ਹੁੰਦਾ, ਅਮਾਊਂਟ ਲਿਖੀ ਹੁੰਦੀ ਹੈ, CR ਲਿਖਿਆ ਹੁੰਦਾ। ਕ੍ਰੈਡਿਟ ਤੋਂ ਕ੍ਰੈਡਿਟ ਨਹੀਂ ਕੀਤਾ ਉਸਨੇ। ਠੀਕ ਹੈ, ਇਸ ਦਾ ਮਤਲਬ ਕਿ ਅਨਕਲੀਅਰ ਨਹੀਂ ਕੀਤਾ ਹੋਏਗਾ। ਠੀਕ ਹੈ ਨਾ, B ਆਪਸ਼ਨ ਹੋ ਗਿਆ। ਅਤੇ ਕੁਝ ਆਊਟਸਟੇਸ਼ਨ ਚੈੱਕਸ ਵੀ ਹੁੰਦੇ ਆ, ਬਾਹਰ ਦੇ ਚੈੱਕਸ ਹੁੰਦੇ ਆ, ਉਹ ਵੀ ਕਲੀਅਰ ਨਹੀਂ ਹੋਏ ਹੋਣੇ, ਉਸ ਨੂੰ ਅਨਕਲੈਕਟਿਡ ਚੈੱਕਸ ਕਿਹਾ ਜਾਂਦਾ। ਤਾਂ D ਆਪਸ਼ਨ ਆ ਜਾਏਗਾ, ਬੋਥ B ਐਂਡ C। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਫੇਵਰੇਬਲ ਬੈਲੈਂਸ ਮੀਨਸ। ਫੇਵਰੇਬਲ ਬੈਲੈਂਸ ਦਾ ਮਤਲਬ ਕੀ ਹੋਇਆ? ਪਹਿਲਾਂ ਤੁਸੀਂ ਆਪਸ਼ਨ ਪੜ੍ਹੋ। ਕ੍ਰੈਡਿਟ ਬੈਲੈਂਸ ਇਨ ਦਾ ਕੈਸ਼ ਬੁੱਕ, ਕ੍ਰੈਡਿਟ ਬੈਲੈਂਸ ਇਨ ਦਾ ਬੈਂਕ ਸਟੇਟਮੈਂਟ, ਡੈਬਿਟ ਬੈਲੈਂਸ ਇਨ ਦਾ ਕੈਸ਼ ਬੁੱਕ, ਬੋਥ B ਐਂਡ C। ਦੱਸੋ, 5 ਸੈਕਿੰਡ ਤੁਹਾਡੇ ਕੋਲ। ਇਹਦਾ ਆਨਸਰ ਆਏਗਾ D, ਬੋਥ B ਐਂਡ C।
फेवरेबल बैलेंस मतलब की होया, सपोज करो तुहानूं एग्जाम्पल दिना, गल्ला तुहाडा कोई, ठीक है, दुकान का, ठीक है, वो तुसीं उहदे 'ते 10,000 रुपया रखदे हो, ठीक है, इसदा मतलब तुहाडा फेवरेबल बैलेंस है, तुहाडा 10,000 रुपया सी, ठीक है, 10,000 रुपया रखिया, मतलब कि मतलब तुसीं इवें मन के चलो कि तुहाडा सवेरे आके तुसीं 10,000 रुपया रखिया ते रोज़ दा खर्चा खुर्चा कड्ढ के या कुछ आया पैसा कुछ गया, ठीक है, 8,000 रुपया बैलेंस बच गया, 8,000 रुपया की हो गया, तुहाडा फेवरेबल बैलेंस हो गया, तुहाडे कोल पैसा पे है, ठीक है, ਉਸ ਨੂੰ ਕਹਿੰਦੇ ਨੇ ਫੇਵਰੇਬਲ ਬੈਲੈਂਸ। ਅਤੇ ਇਹ ਆਪਾਂ ਜੇ ਆਪਾਂ ਪਰਫੋਰਮਾ ਦੇਖੀਏ ਕੈਸ਼ ਬੁੱਕ 'ਚ ਕਿਵੇਂ ਪਤਾ ਲੱਗਦਾ ਸਾਨੂੰ, ਆਪਾਂ ਕੈਸ਼ ਬੁੱਕ ਬਣਾਇਆ, ਠੀਕ ਹੈ, ਇਹ ਕੈਸ਼ ਬੁੱਕ ਹੈ, ਠੀਕ ਹੈ, ਇਹ ਪਾਰਟੀਕੂਲਰਸ ਹੈ, ਇਹ ਡੇਟ ਹੈ, ਠੀਕ ਹੈ, ਇਹ ਕੈਸ਼ ਦੀ ਟ੍ਰਾਂਜੈਕਸ਼ਨਸ, ਇਹ ਬੈਂਕ ਦੀ ਟ੍ਰਾਂਜੈਕਸ਼ਨ, ਜਿਹੜਾ ਡਬਲ ਕੋਲਮ ਹੋਏਗਾ ਉੱਚੀ ਬੈਂਕ ਦੀ ਸਟੇਟਮੈਂਟ ਪੈਂਦੀ ਹੈ, ਇਹ ਪਾਰਟੀਕੂਲਰਸ ਹੋ ਗਈਆਂ, ਇਹ ਪਾਰਟੀਕੂਲਰਸ ਹੋ ਗਿਆ, ਇਹ ਕੈਸ਼ ਦੀ ਟ੍ਰਾਂਜੈਕਸ਼ਨਸ ਹੋ ਗਈਆਂ, ਇਹ ਬੈਂਕ ਦੀਆਂ ਹੋ ਗਈਆਂ, ਠੀਕ ਹੈ, ਇਸ ਸਾਈਡ ਰਿਸਿਪਟਸ ਹੈ, ਇਹ 'ਚ ਸਾਰੀ ਸਾਡੇ ਕੋਲ ਪੈਸਾ ਆਏਗਾ, ਇੱਥੇ ਸਾਰੀਆਂ ਪੇਮੈਂਟਸ ਹੋਣਗੀਆਂ, ਠੀਕ ਹੈ। ਅਤੇ ਜਦੋਂ ਉਰੋਂ ਇਹ ਸਾਰਿਆਂ 'ਚੋਂ ਇਹਨੂੰ ਪੇਮੈਂਟਸ 'ਚੋਂ ਰਿਸਿਪਟ 'ਚੋਂ ਪੇਮੈਂਟਸ ਮਾਈਨਸ ਕਰਾਂਗੇ, ਸਾਡੇ ਕੋਲ ਬੈਲੈਂਸ ਆਏਗਾ, ਉਹ ਜਿਹੜਾ ਉਹ ਬੈਲੈਂਸ ਆਏਗਾ ਉਹ ਡੈਬਿਟ ਸਾਈਡ 'ਤੇ ਆਏਗਾ, ਟ੍ਰਾਂਸਫਰ ਹੋ ਕੇ ਬਰੋ ਡਾਊਨ, ਠੀਕ ਹੈ ਨਾ, ਉਹ ਡੈਬਿਟ ਬੈਲੈਂਸ ਕਹਾਇਆ ਜਾਏਗਾ, ਉਸ ਨੂੰ ਕਹਿੰਦੇ ਨੇ ਕਿ ਫੇਵਰੇਬਲ ਬੈਲੈਂਸ, ਜਿਹੜਾ ਡੈਬਿਟ ਸਾਈਡ 'ਤੇ ਹੋਵੇ, ਠੀਕ ਹੈ। ਇਹ ਆਪਣੀ ਕੈਸ਼ ਬੁੱਕ ਦੀ ਗੱਲ ਹੋ ਗਈ। ਪਾਸਬੁੱਕ ਤਾਂ ਤੁਸੀਂ ਕਦੀ ਦੇਖਿਆ ਹੋਣਾ, ਜਿਵੇਂ ਸਪੋਜ਼ ਕਰੋ ਤੁਸੀਂ 1000 ਰੁਪਏ ਜਮ੍ਹਾਂ ਕਰਾਉਣਗੇ, ਤੁਹਾਡੀ ਪਾਸਬੁੱਕ 'ਚ ਹਮੇਸ਼ਾ ਕ੍ਰੈਡਿਟ ਸਾਈਡ 'ਤੇ ਉਹ ਦਿਖਾ ਦੇਗਾ, ਠੀਕ ਹੈ, ਕੈਸ਼ ਬੁੱਕ ਦਿਖਾ ਦੇਗਾ ਨਾ, ਤੁਹਾਡੀ ਬੈਂਕ ਸਟੇਟਮੈਂਟ ਦਿਖਾ ਦੇਗਾ ਕਿ ਕ੍ਰੈਡਿਟ ਸਾਈਡ 'ਤੇ ਦਿਖਾ ਦੇਗਾ ਕਿ ਹਾਂ ਵੀ 1000 ਰੁਪਇਆ ਕ੍ਰੈਡਿਟ ਹੋਇਆ ਹੈ, ਠੀਕ ਹੈ, ਇੰਨੀ ਅਮਾਊਂਟ ਦਿਖਾ ਦੇਗਾ, ਇਸਦਾ ਮਤਲਬ ਫੇਵਰੇਬਲ ਬੈਲੈਂਸ ਹੈ ਤੁਹਾਡਾ, ਠੀਕ ਹੈ ਨਾ। ਤਾਂ ਫਿਰ ਇਹ ਦੋਨੋਂ ਆਪਸ਼ਨ ਲੱਗ ਜਾਣਗੇ, ਕ੍ਰੈਡਿਟ ਬੈਲੈਂਸ ਇਨ ਬੈਂਕ ਸਟੇਟਮੈਂਟ, ਡੈਬਿਟ ਬੈਲੈਂਸ ਇਨ ਕੈਸ਼ ਬੁੱਕ। ਜੋ ਸਾਡਾ ਡੈਬਿਟ ਹੋਏਗਾ ਫੇਵਰੇਬਲ ਬੈਲੈਂਸ ਸਾਡੀ ਬੈਂਕ ਸਟੇਟਮੈਂਟ ਦਾ ਕ੍ਰੈਡਿਟ ਹੋਏਗਾ, ਉਲਟਾ ਹੋਏਗਾ, ਠੀਕ ਹੈ। ਸੋ ਡੀ ਆਪਸ਼ਨ ਲੱਗ ਜਾਏਗਾ। ਅਗਲਾ ਕੁਐਸਚਨ ਹੈ ਅਨਫੇਵਰੇਬਲ ਬੈਲੈਂਸ ਕੀ ਹੋਇਆ, ਉਸਦਾ ਉਲਟਾ ਹੋ ਜਾਏਗਾ, ਜਿਹੜਾ ਫੇਵਰੇਬਲ ਹੈ ਉਹਦਾ ਅਨਫੇਵਰੇਬਲ ਹੋ ਜਾਏਗਾ, ਠੀਕ ਹੈ। ਦੱਸੋ ਕਿਹੜਾ ਹੋਏਗਾ ਆਪਸ਼ਨ, ਕ੍ਰੈਡਿਟ ਬੈਲੈਂਸ ਇਨ ਦਾ ਕੈਸ਼ ਬੁੱਕ ਹੋਏਗਾ, ਕ੍ਰੈਡਿਟ ਬੈਲੈਂਸ ਇਨ ਦਾ ਬੈਂਕ ਸਟੇਟਮੈਂਟ ਹੋਏਗਾ, ਡੈਬਿਟ ਬੈਲੈਂਸ ਇਨ ਦਾ ਕੈਸ਼ ਬੁੱਕ ਹੋਏਗਾ, ਡੈਬਿਟ ਬੈਲੈਂਸ ਇਨ ਪੈਟੀ ਕੈਸ਼ ਬੁੱਕ ਹੋਏਗਾ, ਦੱਸੋ। ਇਹਦਾ ਆਨਸਰ ਆਏਗਾ ਇਹ ਆਪਸ਼ਨ। ਇਹ ਆਪਸ਼ਨ ਕਿਉਂ ਆਏਗਾ, ਜੇ ਆਪਾਂ ਬਾਕੀ ਸਟੇਟਮੈਂਟ ਦੇਖੀਏ, ਕ੍ਰੈਡਿਟ ਬੈਲੈਂਸ ਬੈਂਕ ਸਟੇਟਮੈਂਟ ਆਪਾਂ ਪੜ੍ਹ ਕੇ ਆਏ, ਫੇਵਰੇਬਲ ਬੈਲੈਂਸ ਹੁੰਦਾ, ਡੈਬਿਟ ਬੈਲੈਂਸ ਕੈਸ਼ ਬੁੱਕ ਇਹ ਵੀ ਫੇਵਰੇਬਲ ਬੈਲੈਂਸ ਹੁੰਦਾ, ਡੈਬਿਟ ਬੈਲੈਂਸ ਇਨ ਪੈਟੀ ਕੈਸ਼ ਬੁੱਕ, ਪੈਟੀ ਕੈਸ਼ ਬੁੱਕ ਕੀ ਹੁੰਦਾ, ਕੈਸ਼ ਇਨ ਹੈਂਡ ਜੋ ਸਾਨੂੰ ਰੋਜ਼ ਦੇ ਖਰਚਿਆਂ ਲਈ ਮਿਲਦਾ। ਜੇ ਡੈਬਿਟ ਆ ਰਿਹਾ ਮਤਲਬ ਸਾਡੇ ਕੋਲ ਪੈਸਾ ਪਿਆ ਸਾਲ ਦੇ ਅੰਤ ਵਿੱਚ, ਇਹ ਵੀ ਨਹੀਂ ਹੋਏਗਾ। ਤਾਂ ਇਹੀ ਹੋਏਗਾ ਨਾ ਕ੍ਰੈਡਿਟ ਬੈਲੈਂਸ, ਮਤਲਬ ਕਿ ਸਾਡੀਆਂ ਰਿਸਿਪਟਸ ਘੱਟ ਹੋ ਗਈਆਂ, ਪੇਮੈਂਟਸ ਜ਼ਿਆਦਾ ਹੋ ਗਈਆਂ, ਮਤਲਬ ਕਿ ਨਾ ਚਾਹਣ ਵਾਲਾ ਬੈਲੈਂਸ ਆ ਗਿਆ ਸਾਡੇ ਕੋਲ, ਕੈਸ਼ ਵਿੱਚ ਕੈਸ਼ ਦੀ ਟ੍ਰਾਂਜੈਕਸ਼ਨਸ ਨਹੀਂ ਹੈ ਸਾਡੀਆਂ, ਮਤਲਬ ਕਿ ਪੇਮੈਂਟਸ ਸਾਡੀਆਂ ਜ਼ਿਆਦਾ ਹੋ ਗਈਆਂ ਰਿਸਿਪਟਸ ਨਾਲੋਂ। ਵੈਸੇ ਇਹ ਹੁੰਦਾ ਨਹੀਂ ਹੁੰਦਾ, ਕਿਉਂਕਿ ਕੋਈ ਬਿਜ਼ਨਸ ਟ੍ਰਾਂਜੈਕਸ਼ਨ ਐਵੇਂ ਕਿਵੇਂ ਕਰ ਲਏਗਾ, ਜੇ ਉਸ ਕੋਲ ਜਿੰਨਾ ਪੈਸਾ ਹੋਏਗਾ ਉਹਦੇ ਹਿਸਾਬ ਸਿਰ ਪੇਮੈਂਟ ਕਰੇਗਾ, ਪੇਮੈਂਟਸ ਕਿਵੇਂ ਜ਼ਿਆਦਾ ਹੋ ਜਾਣਗੀਆਂ। ਜਦ ਤਾਂ ਬੈਂਕ ਓਵਰਡਰਾਫਟ ਦੇਵੇ ਫਿਰ ਤਾਂ ਗੱਲ ਵੀ ਹੈ, ਠੀਕ ਹੈ ਨਾ। ਮਗਰ ਜੇ ਆਪਾਂ ਨੂੰ ਸਟੇਟਮੈਂਟ ਮਿਲੀ ਹੈ ਤਾਂ ਆਪਾਂ ਉਹ ਮੰਨ ਕੇ ਚੱਲਾਂਗੇ ਕਿ ਕ੍ਰੈਡਿਟ ਬੈਲੈਂਸ ਹੈ ਇਨ ਦਾ ਕੈਸ਼ ਬੁੱਕ, ਠੀਕ ਹੈ, ਇਹ ਆਪਸ਼ਨ ਲੱਗ ਜਾਏਗਾ। ਅਗਲਾ ਕੁਐਸਚਨ ਹੈ ਵੈਨ ਚੈੱਕ ਇਜ਼ ਨੋਟ ਪੇਡ ਬਾਈ ਬੈਂਕ ਇਟ ਇਜ਼ ਕਾਲਡ, ਚੈੱਕ ਨਹੀਂ ਪੇ ਕੀਤਾ, ਠੀਕ ਹੈ, ਚੈੱਕ ਨਹੀਂ ਪੇ ਕੀਤਾ ਮਤਲਬ ਕਿ ਬੈਂਕ ਨੇ ਤੁਹਾਡਾ ਚੈੱਕ ਕਲੀਅਰ ਹੀ ਨਹੀਂ ਕੀਤਾ। ਸਪੋਜ਼ ਕਰੋ ਤੁਹਾਡੇ ਕੋਲ ਕੋਈ ਚੈੱਕ ਆਇਆ ਕਿਸੇ ਪਾਰਟੀ ਦਾ, ਤੁਸੀਂ ਜਾ ਕੇ ਡਿਪੋਜ਼ਿਟ ਕਰਾਇਆ, ਪਤਾ ਲੱਗਿਆ ਉਹਦੇ ਖਾਤੇ ਪੈਸੇ ਹੀ ਨਹੀਂ ਸੀ, ਬਾਊਂਸ ਹੋ ਗਿਆ ਚੈੱਕ, ਤਾਂ ਉਸਨੂੰ ਆਪਾਂ ਕੀ ਕਵਾਂਗੇ, ਓਨਰਡ ਕਵਾਂਗੇ, ਇੰਡੋਰਸ ਕਵਾਂਗੇ, ਡਿਸਓਨਰਡ ਕਵਾਂਗੇ, ਏ ਐਂਡ ਬੀ ਆਏਗਾ, ਦੱਸੋ। जब आप बैंक की लैंग्वेज कहोगे तो डिसऑनर्ड किया जाएगा, ठीक है, इसमें कहोगे डिसऑनर्ड। अगला क्वेश्चन है बैंक रिकनसाइलेशन स्टेटमेंट इज प्रिपेयर्ड बाय, कौन प्रिपेयर करता है, BRS स्टेटमेंट जी है जो अपन कैश बुक तो पासबुक का पता करना है, कौन करेगा, बैंकर करेगा, अकाउंटेंट ऑफ द बिजनेस करेगा, ऑडिटर्स करेंगे या रजिस्टर करेगा, दसो केड़ा ऑप्शन ठीक होएगा। 5 सेकंड्स हैं। ये करेगा अकाउंटेंट, अकाउंटेंट ही देखेगा ना, क्योंकि बिजनेस ने तो अपना कैश बुक का बनाना मिलाना है बैलेंस, बैंक बुक बैंक तो अपना कर रहे हो, वो तो अपनी स्टेटमेंट उवें मिला के चल रहे, ਜਿਹੜੇ ਉਹਦੇ ਫੰਕਸ਼ਨਸ ਉਹ ਤਾਂ ਕਰ ਰਹੇ, ਸਾਨੇ ਦੇਖਣਾ ਹੈ ਕਿ ਸਾਡਾ ਬੈਲੈਂਸ ਕਿਉਂ ਨਹੀਂ ਮਿਲ ਰਿਹਾ ਪਾਸਬੁੱਕ ਨਾਲ, ਠੀਕ ਹੈ। ਹਰੇਕ ਬਿਜ਼ਨਸ ਨੇ ਇੱਕ ਅਕਾਊਂਟਰ ਰੱਖਿਆ ਹੁੰਦਾ, ਉਹੀ BRS ਸਟੇਟਮੈਂਟ ਬਣਾਉਂਦਾ, ਠੀਕ ਹੈ ਨਾ। ਜੇ ਵੱਡਾ ਬਿਜ਼ਨਸ ਹੈ ਤਾਂ ਉਹ ਇੱਕ ਅਕਾਊਂਟੈਂਟ ਹੀ ਰੱਖਿਆ ਹੁੰਦਾ ਉਹਨਾਂ ਨੇ, ਉਹੀ ਬਣਾਉਂਦਾ BRS, ਤਾਂ ਅਕਾਊਂਟੈਂਟ ਆਫ ਦੀ ਬਿਜ਼ਨਸ B ਆਪਸ਼ਨ ਲੱਗ ਜਾਏਗਾ, ठीक है फ्रेंड्स। अगला क्वेश्चन है बैंक रिकनसाइलेशन स्टेटमेंट इज नोट आ, इस चो कई नहीं है, रिकनसाइल रिकॉर्ड्स, ठीक है, मेमोरेंडम स्टेटमेंट, लेजर अकाउंट, प्रोसीजर टू प्रोवाइड कैश बुक एडजस्टमेंट्स, दसो।
ਕਿਹੜਾ ਆਪਸ਼ਨ ਲੱਗੇਗਾ? 5 ਸੈਕਿੰਡ ਤੁਹਾਡੇ ਕੋਲ। ਇਹ ਆ ਜਾਏਗਾ ਸੀ ਆਪਸ਼ਨ। ਲੈਜਰ ਅਕਾਊਂਟ ਤਾਂ ਨਹੀਂ ਹੈ, ਇੱਕ ਸੈਪਰੇਟ ਸਟੇਟਮੈਂਟ ਹੈ, ਠੀਕ ਹੈ ਨਾ ਫਰੈਂਡਸ, ਤਾਂ ਸੀ ਆਪਸ਼ਨ ਆ ਜਾਏਗਾ ਉਹਦੇ। ਬੈਲੈਂਸ ਔਨ ਦਾ ਡੈਬਿਟ ਸਾਈਡ ਆਫ ਦ ਬੈਂਕ ਕਾਲਮ ਆਫ ਕੈਸ਼ ਬੁੱਕ ਇੰਡੀਕੇਟਸ, ਜਿਹੜਾ ਬੈਲੈਂਸ ਮਿਲ ਰਿਹਾ ਸਾਨੂੰ ਡੈਬਿਟ ਸਾਈਡ 'ਤੇ ਬੈਂਕ ਕਾਲਮ ਦਾ, ਠੀਕ ਹੈ, ਕੈਸ਼ ਬੁੱਕ ਦਾ ਵੀ, ਬੈਂਕ ਕਾਲਮ ਦਾ ਵੀ। ਆਪਾਂ ਨੇ ਡਬਲ ਕਾਲਮ ਕੈਸ਼ ਬੁੱਕ ਕੀ ਹੁੰਦੀ ਸੀ, ਠੀਕ ਹੈ, ਡੇਟ ਹੁੰਦੀ ਸੀ, ਪਰਟੀਕੂਲਰ ਹੁੰਦਾ ਸੀ, ਉਰੇ ਕੈਸ਼ ਦੀ ਟ੍ਰਾਂਜੈਕਸ਼ਨ, ਉਰੇ ਬੈਂਕ ਦੀ। ਉਵੇਂ ਸੇਮ ਇਹ ਰਿਸਿਪਟ ਸਾਈਡ ਸੀ, ਇਹ ਪੇਮੈਂਟ ਸਾਈਡ ਸੀ, ਉਰੇ ਵੀ ਸੇਮ, ਠੀਕ ਹੈ ਨਾ। ਤਾਂ ਦੱਸੋ, ਜੇ ਡੈਬਿਟ ਬੈਲੈਂਸ ਆ ਰਿਹਾ, ਸਪੋਜ਼ ਕਰੋ ਜੇ ਡੈਬਿਟ ਬੈਲੈਂਸ ਆ ਰਿਹਾ, ਉਰੇ ਆ ਰਿਹਾ ਬੈਲੈਂਸ, ਤਾਂ ਡੈਬਿਟ ਸਾਈਡ ਆ ਰਿਹਾ, ਤਾਂ ਉਹਦਾ ਕੀ ਮਤਲਬ ਹੋਏਗਾ ਦੱਸੋ? ਦ ਟੋਟਲ ਅਮਾਊਂਟ ਹੈਜ਼ ਡਰੋਨ ਫਰੋਮ ਦੀ ਬੈਂਕ, ਜਾਂ ਤਾਂ ਮੈंने ਟੋਟਲ ਅਮਾਊਂਟ ਕੱਢ ਲਈ ਹੈ ਬੈਂਕ 'ਚੋਂ, ਇਸ ਦਾ ਮਤਲਬ ਇਹ ਹੋਏਗਾ, ਜਾਂ ਕੈਸ਼ ਐਟ ਬੈਂਕ, ਮੇਰੇ ਬੈਂਕ 'ਚ ਇੰਨਾ ਪੈਸਾ ਪਿਆ ਹੈ, ਜਾਂ ਟੋਟਲ ਅਮਾਊਂਟ ਓਵਰਡਰਾਫਟ ਇਨ ਦਾ ਬੈਂਕ, ਕਿੰਨੀ ਟੋਟਲ ਅਮਾਊਂਟ ਜਿਹੜੀ ਓਵਰਡਰਾਫਟ ਹੋਈ ਪਈ ਹੈ, ਜਾਂ ਨਨ ਆਫ ਦੀ ਅਬਵ। ਦੱਸੋ, ਹੁਣ ਮੈਂ ਪਿੱਛੇ ਕਰਾਇਆ, ਤੁਹਾਨੂੰ ਇਹ ਆਉਣਾ ਚਾਹੀਦਾ। ਹੁਣ ਇਹਦਾ ਆਨਸਰ ਆਏਗਾ ਦ ਟੋਟਲ ਕੈਸ਼ ਐਟ ਬੈਂਕ, ਮੇਰਾ ਬੈਂਕ 'ਚ ਕਿੰਨਾ ਪਿਆ। ਜੇ ਆਪਾਂ ਉਰੇ ਜਿਹੜੇ ਬੈਲੈਂਸ ਆਏਗਾ ਨਾ, ਉਹ ਕੈਸ਼ ਦਾ ਵੀ ਹੋਏਗਾ, ਇੱਕ ਤਾਂ ਕੈਸ਼ ਦਾ ਹੋਏਗਾ, ਇੱਕ ਬੈਂਕ ਦਾ ਹੋਏਗਾ, ਠੀਕ ਹੈ, ਦੋਨਾਂ ਦਾ ਡੈਬਿਟ ਬੈਲੈਂਸ ਹੁੰਦਾ, ਕੈਸ਼ ਅਤੇ ਬੈਂਕ ਦਾ। ਜੇ ਕ੍ਰੈਡਿਟ ਹੋ ਜਾਵੇ ਤਾਂ ਸਮਝ ਲਓ ਓਵਰਡਰਾਫਟ ਹੈ, ਮਗਰ ਉਰੇ ਨੇ ਡੈਬਿਟ ਪੁੱਛਿਆ ਤਾਂ ਆਪਾਂ ਕਹਾਂਗੇ ਕੈਸ਼ ਐਟ ਬੈਂਕ, ਠੀਕ ਹੈ। ਅਗਲਾ ਕੁਐਸਚਨ ਹੈ, ਬੈਂਕ ਸਟੇਟਮੈਂਟ ਆਲਸੋ ਕਾਲਡ, ਬੈਂਕ ਸਟੇਟਮੈਂਟ ਨੂੰ ਕੀ ਕਹਿੰਦੇ ਨੇ? ਪਾਸਬੁੱਕ ਕਹਿੰਦੇ ਨੇ, ਕੈਸ਼ ਬੁੱਕ ਕਹਿੰਦੇ ਨੇ, ਕ੍ਰੈਡਿਟ ਬੁੱਕ ਕਹਿੰਦੇ ਨੇ, ਡੈਬਿਟ ਬੁੱਕ ਕਹਿੰਦੇ ਨੇ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਇਹ ਹੁੰਦਾ ਪਾਸਬੁੱਕ। ਬੈਂਕ ਸਟੇਟਮੈਂਟ ਇੱਕ ਤਰ੍ਹਾਂ ਨਾਲ ਆਪਾਂ ਪਾਸਬੁੱਕ ਵੀ ਤਾਂ ਕਹਿੰਦੇ ਹਾਂ। ਸਾਡੇ ਕੋਲ ਜਿਹੜੀ ਬੁੱਕ ਆਉਂਦੀ, ਤੁਸੀਂ ਨਾਮ ਦੇਖਿਆ ਹੋਣਾ, ਪਰ ਬੈਂਕ ਪਾਸਬੁੱਕ ਲਿਖਿਆ ਹੁੰਦਾ, ਠੀਕ ਹੈ ਨਾ, ਤੁਹਾਨੂੰ ਪਾਸਬੁੱਕ ਆਉਂਦੇ ਨੇ। ਬੈਂਕ ਸਟੇਟਮੈਂਟ ਸ਼ੋ ਦਾ ਡੈਬਿਟ ਬੈਲੈਂਸ, ਬੈਂਕ ਸਟੇਟਮੈਂਟ ਜਿਹੜੀ ਹੈ ਡੈਬਿਟ ਬੈਲੈਂਸ ਸ਼ੋ ਕਰ ਰਹੀ ਹੈ। ਹੁਣ ਧਿਆਨ ਨਾਲ ਪੜ੍ਹਿਓ ਉਰੇ ਕੀ ਕਹਿ ਰਿਹਾ ਉਹ, ਬੈਂਕ ਸਟੇਟਮੈਂਟ ਸ਼ੋ ਆ ਡੈਬਿਟ ਬੈਲੈਂਸ, ਇਟ ਮੀਨਸ ਕੀ ਹੋਏਗਾ? ਓਵਰਡਰਾਫਟ ਬੈਲੈਂਸ ਐਜ਼ ਪਰ ਕੈਸ਼ ਬੁੱਕ ਹੋਏਗਾ, ਅਨਫੇਵਰੇਬਲ ਬੈਲੈਂਸ ਐਜ਼ ਪਰ ਕੈਸ਼ ਬੁੱਕ ਹੋਏਗਾ, ਅਨਫੇਵਰੇਬਲ ਬੈਲੈਂਸ ਐਜ਼ ਪਰ ਬੈਂਕ ਬੁੱਕ ਹੋਏਗਾ, ਜਾਂ ਨਨ ਆਫ ਦੀ ਅਬਵ ਹੋਏਗਾ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ? ਇਹ ਹੋਏਗਾ ਅਨਫੇਵਰੇਬਲ ਬੈਲੈਂਸ ਐਜ਼ ਪਰ ਬੈਂਕ ਬੁੱਕ। ਡੈਬਿਟ ਦਾ ਮਤਲਬ ਕੀ ਸੀ? ਸਾਡੀ ਕੈਸ਼ ਬੁੱਕ ਦੇ ਹਿਸਾਬ ਸੀ, ਜੇ ਡੈਬਿਟ ਬੈਲੈਂਸ ਹੁੰਦਾ ਤਾਂ ਸਾਡਾ ਫੇਵਰੇਬਲ ਬੈਲੈਂਸ ਹੁੰਦਾ, ਮਗਰ ਜੇ ਪਾਸਬੁੱਕ ਦੇ ਹਿਸਾਬ ਸੀ, ਬੈਂਕ ਸਟੇਟਮੈਂਟ ਕੀ ਹੈ? ਪਾਸਬੁੱਕ। ਜੇ ਤੁਸੀਂ ਕਦੀ ਪਾਸਬੁੱਕ ਦੇਖੀ ਹੋਣੀ, ਹਮੇਸ਼ਾ ਤੁਹਾਡਾ ਕ੍ਰੈਡਿਟ 'ਤੇ ਹੁੰਦਾ, ਠੀਕ ਹੈ ਨਾ। ਹਜੇ 1000 ਰੁਪਏ ਤੁਹਾਡੇ ਬੈਂਕ 'ਚ ਪਿਆ, ਤਾਂ ਤੁਹਾਡੇ ਖਾਤੇ 'ਚ ਪਿਆ, ਤਾਂ ਕ੍ਰੈਡਿਟ ਹੋਇਆ ਪਿਆ ਹੋਏਗਾ। ਅਤੇ ਡੈਬਿਟ ਕੀ ਹੁੰਦਾ? ਜਿਹੜੀ ਅਮਾਊਂਟ ਕਢਾਈ ਹੁੰਦੀ ਹੈ। ਜੇ ਕੋਈ ਡੈਬਿਟ ਬੈਲੈਂਸ ਦਿਖਾ ਰਿਹਾ, ਇਸਦਾ ਮਤਲਬ ਅਨਫੇਵਰੇਬਲ ਬੈਲੈਂਸ ਹੈ, ਤੁਹਾਡੇ ਕੋਲ ਬੈਂਕ 'ਚ ਉਨਾ ਪੈਸਾ ਨਹੀਂ ਹੈ ਜਿੰਨਾ ਤੁਸੀਂ ਉਹ ਕੀਤਾ ਹੋਇਆ, ਜਿੰਨਾ ਡੈਬਿਟ 'ਚ ਆ ਰਿਹਾ ਬੈਲੈਂਸ, ਮਤਲਬ ਕਿ ਮਾਈਨਸ 'ਚ ਆ ਰਿਹਾ, ਠੀਕ ਹੈ ਨਾ, ਇੱਕ ਤਰ੍ਹਾਂ ਨਾਲ। ਜਾਂ ਤਾਂ ਤੁਸੀਂ ਓਵਰਡਰਾਫਟ ਮਿਲ ਗਿਆ, ਤੁਹਾਨੂੰ ਕੁਛ ਹੋ ਗਿਆ, ਜਿਹਦੇ ਕਰਕੇ ਤੁਹਾਡੇ ਕੋਲ ਪੈਸਾ ਘੱਟ ਹੈ, ਤੁਹਾਡੀ ਪੇਮੈਂਟ ਜ਼ਿਆਦਾ ਹੋ ਰਹੀ ਹੈ, ਤਾਂ ਉਹ ਕੀ ਹੋਏਗਾ? ਅਨਫੇਵਰੇਬਲ ਬੈਲੈਂਸ ਹੋਏਗਾ ਐਜ਼ ਪਰ ਬੈਂਕ ਬੁੱਕ, ਸੀ ਆਪਸ਼ਨ। ਦ ਚੈੱਕ ਉਰੇ ਨਾ ਸਪੈਲਿੰਗ ਮਿਸਟੇਕ ਹੈ ਸ਼ਾਇਦ ਚੈੱਕ ਕਿਵੇਂ ਪਏਗਾ, ਠੀਕ ਹੈ, ਉਰੇ ਤੁਸੀਂ ਠੀਕ ਕਰ ਲਿਓ। ਅਤੇ ਚੈੱਕ ਉਹ ਮੰਨ ਕੇ ਚੱਲਿਓ, ਮੈਂ ਉਹ ਸਪੈਲਿੰਗ ਥੋੜ੍ਹੀ ਐਰਰ ਹੈ, ਤਾਂ ਦੇਖ ਲਿਓ। ਦ ਚੈੱਕ ਵਿਚ ਇਜ਼ ਡਿਪੋਜ਼ਿਟਡ ਇਨਟੂ ਬੈਂਕ ਬਟ ਨੋਟ ਕਲੀਅਰਡ ਐਟ ਦੀ ਐਂਡ ਆਫ ਦੀ ਪਰਟੀਕੂਲਰ ਈਅਰ, ਆਪਾਂ ਨੇ ਡਿਪੋਜ਼ਿਟ ਤਾਂ ਕਰਾਤਾ ਬਟ ਕਲੀਅਰ ਨਹੀਂ ਹੋਇਆ ਚੈੱਕ, ਠੀਕ ਹੈ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਅਨਕ੍ਰੈਡਿਟ ਚੈੱਕ ਕਵਾਂਗੇ, ਅਨਪ੍ਰੈਜ਼ੈਂਟਡ ਚੈੱਕ ਕਵਾਂਗੇ, ਓਮਿਟਡ ਚੈੱਕ ਕਵਾਂਗੇ, ਜਾਂ ਡਿਸਓਨਰਡ ਚੈੱਕ ਕਵਾਂਗੇ। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ? ਸੌਰੀ, ਵਿੱਚ ਤੁਹਾਡੀ ਪ੍ਰੋਬਲਮ ਆ ਗਈ ਸੀ। ਇਹ ਆਏਗਾ ਅਨਕ੍ਰੈਡਿਟ ਚੈੱਕ, ਠੀਕ ਹੈ, ਜਿਹੜਾ ਕ੍ਰੈਡਿਟ ਨਹੀਂ ਹੋਇਆ, ਤੁਹਾਡੇ ਖਾਤੇ 'ਚ ਪੈਸੇ ਆਏ ਨਹੀਂ। 1000 ਰੁਪਇਆ ਸੀ, 1000 ਰੁਪਇਆ ਸੀ ਪਾਇਆ, 1000 ਰੁਪਇਆ ਆਇਆ ਨਹੀਂ ਕ੍ਰੈਡਿਟ 'ਚ ਤੁਹਾਡੀ ਪਾਸਬੁੱਕ ਵਿੱਚ, ਠੀਕ ਹੈ, ਪਾਸਬੁੱਕ ਵਿੱਚ ਆਇਆ ਨਹੀਂ 1000 ਰੁਪਇਆ, ਠੀਕ ਹੈ, 1000 ਰੁਪਇਆ ਆਇਆ ਨਹੀਂ ਤੁਹਾਡੀ ਪਾਸਬੁੱਕ ਵਿੱਚ, ਸਪੋਜ਼ ਮੰਨ ਕੇ ਚਲੋ ਕ੍ਰੈਡਿਟ ਨਹੀਂ ਹੋਇਆ, ਠੀਕ ਹੈ, ਤਾਂ ਅਨਕ੍ਰੈਡਿਟ ਚੈੱਕ ਆ ਜਾਏਗਾ, ਇਹ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ, ਇਨ ਕੈਸ਼ ਬੁੱਕ ਬੈਂਕ ਚਾਰजेस ਰਿਕਾਰਡਡ, ਇਨ ਕੈਸ਼ ਬੁੱਕ ਬੈਂਕ ਚਾਰजेस ਆਪਾਂ ਕਿਹੜੀ ਸਾਈਡ ਰਿਕਾਰਡ ਕਰਦੇ ਹਾਂ? ਦੱਸੋ, ਕ੍ਰੈਡਿਟ ਸਾਈਡ, ਡੈਬਿਟ ਸਾਈਡ, ਬੋਥ ਏ ਐਂਡ ਬੀ, ਜਾਂ ਨਨ ਆਫ ਦੈਮ? ਬੈਂਕ ਚਾਰजेस ਹੈ, ਦੱਸੋ।
ਕਿ ਆਪਾਂ ਹਮੇਸ਼ਾ ਕ੍ਰੈਡਿਟ ਸਾਈਡ 'ਤੇ ਹੀ ਕਰਾਂਗੇ ਨਾ। ਪੇਮੈਂਟਸ ਕਰ ਰਹੇ ਹਾਂ ਆਪਾਂ, ਚਾਰਜਸ ਪੇ ਕਰ ਰਹੇ ਹਾਂ, ਠੀਕ ਹੈ ਨਾ। ਤਾਂ ਪੇਮੈਂਟ ਸਾਡੇ ਬੈਂਕ ਕਾਲਮ 'ਚ ਪਾ ਦਾਂਗੇ ਉਨੀ ਪੇਮੈਂਟ। ਇਹ ਜਿਹੜੀ ਡੈਬਿਟ ਵਾਲੀ ਸਾਈਡ ਹੁੰਦੀ ਹੈ ਉਹ ਰਿਸਿਪਟ ਵਾਲੀ ਹੁੰਦੀ ਹੈ, ਕ੍ਰੈਡਿਟ ਸਾਈਡ ਵਾਲੀ ਹੁੰਦੀ ਹੈ ਪੇਮੈਂਟ ਵਾਲੀ ਹੁੰਦੀ ਹੈ। ਆਪਣੀ ਗੱਲ ਪੁੱਛੀ ਹੈ ਉਸਨੇ, ਠੀਕ ਹੈ। ਅਗਲਾ ਕੁਐਸਚਨ ਹੈ ਕ੍ਰੈਡਿਟ ਬੈਲੈਂਸ ਐਜ਼ ਪਰ ਪਾਸਬੁੱਕ। ਕ੍ਰੈਡਿਟ ਬੈਲੈਂਸ ਐਜ਼ ਪਰ ਪਾਸਬੁੱਕ ਦਾ ਮਤਲਬ ਕੀ ਹੋਇਆ? ਹੁਣ ਮੈਂ ਤੁਹਾਨੂੰ ਦੱਸ ਚੁੱਕਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਨਫੇਵਰੇਬਲ ਬੈਲੈਂਸ ਹੋਏਗਾ, ਫੇਵਰੇਬਲ ਬੈਲੈਂਸ ਹੋਏਗਾ, ਬੋਥ A ਐਂਡ B ਹੋਏਗਾ ਜਾਂ ਨਨ ਹੋਏਗਾ? ਦੱਸੋ। ਇਹ ਹੋਏਗਾ ਫੇਵਰੇਬਲ ਬੈਲੈਂਸ, ਠੀਕ ਹੈ। ਪਾਸਬੁੱਕ ਦਾ ਪੁੱਛਿਆ ਨਾ ਕ੍ਰੈਡਿਟ ਬੈਲੈਂਸ। ਪਾਸਬੁੱਕ 'ਚ ਕਿਹੜਾ ਹੁੰਦਾ? ਕ੍ਰੈਡਿਟ 'ਤੇ ਹੀ ਹੁੰਦਾ। ਤੁਹਾਡੀ ਅਮਾਊਂਟ 1000 ਰੁਪਇਆ ਕ੍ਰੈਡਿਟ, 7,000 ਰੁਪਇਆ ਕ੍ਰੈਡਿਟ, ਠੀਕ ਹੈ। ਤਾਂ ਫੇਵਰੇਬਲ ਬੈਲੈਂਸ ਹੋਏਗਾ, B ਆਪਸ਼ਨ ਆ ਜਾਏਗਾ। ਵੈਨ ਕੈਸ਼ ਇਜ਼ ਡਿਪੋਜ਼ਿਟ ਇਨ ਟੂ ਬੈਂਕ ਦੈਨ ਦੀ ਫੋਲੋਇੰਗ ਅਕਾਊਂਟਸ ਵੁੱਡ ਬੀ ਡੈਬਿਟਡ ਇਨ ਦ ਕੰਪਨੀ ਅਕਾਊਂਟਸ। ਜੇ ਮੈਨੇ ਕੈਸ਼ ਡਿਪੋਜ਼ਿਟ ਕਰਾਇਆ ਬੈਂਕ ਵਿੱਚ, ਠੀਕ ਹੈ, ਬੈਂਕ ਵਿੱਚ ਮੈਨੇ ਡਿਪੋਜ਼ਿਟ ਕਰਾਇਆ, ਤਾਂ ਕੰਪਨੀ ਅਕਾਊਂਟ ਕੀ ਡੈਬਿਟ ਕਰੇਗੀ? ਦੱਸੋ। ਤੁਸੀਂ ਜਨਰਲ ਐਂਟਰੀ ਪੜ੍ਹੀ ਹੋਣੀ, ਤਾਂ ਮੈਂ ਤੁਹਾਨੂੰ ਕਰਾਈ ਸੀ, ਤੁਹਾਨੂੰ ਜਨਰਲ ਸਮਝਾਇਆ ਸੀ, ਤਾਂ ਦੱਸੋ ਇਹਦੀ ਐਂਟਰੀ ਕੀ ਹੋਏਗੀ? ਮੈਨੇ ਕੈਸ਼ ਡਿਪੋਜ਼ਿਟ ਕਰਾਇਆ, ਆਪਾਂ ਪਹਿਲੇ ਜਨਰਲ ਐਂਟਰੀ ਦੇਖੀਏ ਜਾਂ ਪਹਿਲੇ ਆਪਸ਼ਨ ਦੇਖ ਲਈ? ਆਪਾਂ ਆਪਸ਼ਨ ਦੇਖ ਲੈਂਦੇ ਹਾਂ। ਕੈਸ਼ ਅਕਾਊਂਟ ਜਾਂ B ਓਵਰਡਰਾਫਟ ਅਕਾਊਂਟ ਆਏਗਾ ਜਾਂ ਬੈਂਕ ਅਕਾਊਂਟ ਆਏਗਾ ਜਾਂ D ਨਨ ਆਏਗਾ? ਦੱਸੋ, ਪਹਿਲਾਂ ਤੁਸੀਂ ਦੱਸੋ। ਇਹ ਆਏਗਾ ਬੈਂਕ ਅਕਾਊਂਟ, ਠੀਕ ਹੈ। ਡੈਬਿਟ ਤਾਂ ਬੈਂਕ ਅਕਾਊਂਟ ਨੂੰ ਕਰੇਗਾ, ਠੀਕ ਹੈ। ਆਪਾਂ ਐਂਟਰੀ ਦੇਖਦੇ ਹਾਂ ਪਹਿਲੇ। ਦੇਖੋ ਕੈਸ਼ ਡਿਪੋਜ਼ਿਟ ਕਰਾਇਆ ਬੈਂਕ ਵਿੱਚ, ਠੀਕ ਹੈ। ਸਾਡੇ ਕੋਲ ਆ ਕੀ ਰਿਹਾ? ਬੈਂਕ 'ਚ ਆ ਰਿਹਾ ਪੈਸਾ, ਬੈਂਕ ਅਕਾਊਂਟ ਡੈਬਿਟ। ਜਾ ਕੀ ਰਿਹਾ? ਕੈਸ਼ 'ਚ ਜਾ ਰਿਹਾ ਪੈਸਾ, ਮਾਈਨਸ ਕਰਾਂਗੇ, ਠੀਕ ਹੈ, ਕ੍ਰੈਡਿਟ ਕਰਾਂਗੇ, ਠੀਕ ਹੈ। ਜਿੰਨੀ ਅਮਾਊਂਟ ਹੈ 1000 ਰੁਪਇਆ ਜਾਂ 2000 ਰੁਪਇਆ, ਜਿੰਨਾ ਵੀ ਹੈ, ਤਾਂ ਬੈਂਕ ਡੈਬਿਟ ਹੋ ਰਿਹਾ। ਤਾਂ ਕੰਪਨੀ ਅਕਾਊਂਟ ਡੈਬਿਟ ਕੀ ਕਰੇਗੀ? ਕਿਸ ਅਕਾਊਂਟ ਨੂੰ ਡੈਬਿਟ ਕਰੇਗੀ? ਦੱਸੋ, ਕਿਸ ਅਕਾਊਂਟ ਨੂੰ ਡੈਬਿਟ ਕਰੇਗੀ? ਉਹ ਬੈਂਕ ਅਕਾਊਂਟ ਨੂੰ ਕਰੇਗੀ। ਤਾਂ C ਆਪਸ਼ਨ ਆ ਜਾਏਗਾ ਉਹਦਾ, ਠੀਕ ਹੈ ਫਰੈਂਡਸ। ਸੋਲਵੇਂ ਦਾ ਆ ਜਾਏਗਾ C ਆਪਸ਼ਨ। 17ਵਾਂ ਦੇਖੋ, ਵਿਚ ਆਫ ਦਾ ਫੋਲੋਇੰਗ ਵਿਲ ਨੋਟ ਅਫੈਕਟ ਦੀ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਕਿਹੜੀ ਚੀਜ਼ ਬੈਂਕ ਰੀਕਨਸਾਈਲੇਸ਼ਨ ਨੂੰ ਉਹ ਨਹੀਂ ਕਰਦੀ, ਮਤਲਬ ਕਿ ਇਫੈਕਟ ਨਹੀਂ ਕਰਦੀ? ਦੱਸੋ। ਡਿਸਓਨਰ ਚੈੱਕ, ਡਿਸਕਾਊਂਟ ਰਿਸੀਵਡ, ਬੈਂਕ ਇੰਟਰਸਟ ਚੈੱਕ ਨੋਟ ਪ੍ਰੈਜ਼ੈਂਟਡ। ਦੱਸੋ। ਓਡ ਈਵਨ ਦਾ ਫਾਰਮੂਲਾ ਲਾ ਕੇ ਵੀ ਤੁਸੀਂ ਕਰ ਸਕਦੇ ਹੋ। ਇਹਦਾ ਆਂਸਰ ਆਏਗਾ B, ਡਿਸਕਾਊਂਟ ਰਿਸੀਵਡ ਤੇ ਐਸੀ ਜਿਹੜੀ ਜਿਹੜਾ ਅਫੈਕਟ ਨਹੀਂ ਕਰਦਾ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਨੂੰ, ਠੀਕ ਹੈ ਨਾ। ਓਕੇ, ਡਿਸਕਾਊਂਟ ਰਿਸੀਵਡ ਕਰ ਰਿਹਾ, ਜ਼ਰੂਰੀ ਥੋੜ੍ਹਾ ਇਸ 'ਚ ਕੋਈ ਡਿਸਕਾਊਂਟ ਰਿਸੀਵਡ ਦੀ ਕੋਈ ਐਸੀ ਐਂਟਰੀ ਨਹੀਂ ਹੁੰਦੀ ਜੋ ਸਾਨੂੰ ਦੋਨੋਂ ਪਾਸੇ ਇਫੈਕਟ ਕਰੇ, ਜਾਂ ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ ਬਣਾਉਣ ਸਾਨੂੰ ਦੇਖਣਾ ਪਾ ਜਾਏ ਕਿ ਡਿਸਕਾਊਂਟ ਰਿਸੀਵਡ ਦਾ। ਸਾਨੂੰ ਤਾਂ ਉਹ ਚੀਜ਼ ਦੇਖਣੀ ਜੋ ਸਾਡੀ ਬੈਂਕ ਨਾਲ ਰਿਲੇਟਿਡ ਹੈ, ਠੀਕ ਹੈ ਨਾ। ਅਗਲਾ ਕੁਐਸਚਨ ਹੈ, ਨੰਬਰਿੰਗ 'ਤੇ ਨਾ ਜਾਇਓ, ਨੰਬਰਿੰਗ ਤੁਸੀਂ ਧਿਆਨ ਨਾਲ ਦਿਓ, ਬਸ ਕੁਐਸਚਨ ਦੇਖਿਓ, ਠੀਕ ਹੈ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਆ ਮਿਸਿੰਗ ਆਫ ਦੀ ਕੈਸ਼ ਬੁੱਕ? ਦੱਸੋ, ਕਿਹੜੀ ਚੀਜ਼ ਐਸੀ ਹੋ ਸਕਦੀ ਜੋ ਮਿਸਿੰਗ ਨਹੀਂ ਹੋ ਸਕਦੀ? ਮਿਸਟੇਕਸ ਇਨ ਕੈਸ਼ ਬੁੱਕ, ਆਊਟਸਟੇਸ਼ਨ ਚੈੱਕਸ, ਬੈਂਕ ਚਾਰਜ ਡੈਬਿਟਡ ਇਨ ਦਾ ਬੈਂਕ ਸਟੇਟਮੈਂਟ, ਜਾਂ ਇੰਟਰਸਟ ਕ੍ਰੈਡਿਟ ਇਨ ਦਾ ਬੈਂਕ ਸਟੇਟਮੈਂਟ? ਦੱਸੋ, ਕਿਹੜੀ ਚੀਜ਼ ਮਿਸ ਨਹੀਂ ਹੋ ਸਕਦੀ ਇਨ ਕੈਸ਼ ਬੁੱਕ? ਜੋ ਕਿਹੜੀ ਚੀਜ਼ ਆ ਆਪਾਂ ਮਿਸਿੰਗ ਹੋ ਹੀ ਨਹੀਂ ਸਕਦੀ ਕੈਸ਼ ਬੁੱਕ 'ਚ? ਮਤਲਬ ਆਪਾਂ ਕਿਹੜੀ ਚੀਜ਼ ਪਾਣੀ ਭੁੱਲ ਗਏ? ਦੱਸੋ, ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ? ਸੋਚੋ। ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟ 'ਚ ਕਰਿਓ, ਠੀਕ ਹੈ। ਮੈਂ ਤੁਹਾਨੂੰ ਹੁਣ ਤਾਂ ਟੌਪਿਕ ਕਰਾ ਚੁੱਕਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਹੋਏਗੀ ਜਿਹੜੀ ਆਪਾਂ ਮਿਸ ਨਹੀਂ ਕਰਾਂਗੇ। ਇਹਦਾ ਆਂਸਰ ਮੈਨੂੰ ਤੁਸੀਂ ਕਿਸ 'ਚ ਕਰੋਗੇ? ਕਮੈਂਟ ਕਰੋਗੇ, ਲਾਈਵ ਚੈਟ 'ਚ ਨਹੀਂ ਕਰੋਗੇ, ਕਮੈਂਟ ਕਰੋਗੇ ਇਹਦਾ, ਠੀਕ ਹੈ। ਜੇ ਤੁਹਾਨੂੰ ਪ੍ਰੋਬਲਮ ਆਵੇ ਤਾਂ ਵੀ ਤੁਹਾਨੂੰ ਮੈਂ ਸਮਝਾਵਾਂਗਾ, ਠੀਕ ਹੈ। ਫਿਲਹਾਲ ਤੁਸੀਂ ਪਹਿਲੇ ਕਮੈਂਟ ਕਰਿਓ, ਦੱਸਿਓ ਮੈਨੂੰ ਕਿ ਤੁਹਾਨੂੰ ਕਨਸੈਪਟ ਦੀ ਸਮਝ ਪਈ ਹੈ। ਅਗਲਾ ਕੁਐਸਚਨ ਹੈ, ਇਫ ਐਨੀ ਅਮਾਊਂਟ ਇਜ਼ ਡਾਇਰੈਕਟਲੀ डिपॉजिट इनटू द बैंक देन। अब आप ऑप्शन पढ़ते हैं। कैश बुक विल शो लेस बैलेंस, बैंक बुक विल शो मोर, कैश बुक विल शो मोर बैलेंस,
बैंक बुक विल शो लैस, कैश बुक विल शो डबल बैलेंस, बैंक बुक विल शो डबल बैलेंस। दसो। तो सीधा ही अमाउंट अपनी बैंक च चली गई अमाउंट, मतलब मेरी अमाउंट सीधा डायरैक्टली डिपोजिट होई है बैंक विच। दसो। ਕਿਹੜਾ ऑप्शन ठीक होएगा? ए बी सी डी। ਇਹਦਾ ऑप्शन ठीक होएगा ए। ਮੇਰਾ ਸਿੱਧਾ ਡਾਇਰੈਕਟਲੀ ਡਿਪੋਜ਼ਿਟ ਹੋ ਰਹੀ ਹੈ। ਜਦੋਂ ਤੁਹਾਨੂੰ ਮੈਂ ਕੰਸੈਪਟ ਕਰਾਇਆ ਸੀ BRS ਦਾ, ਉਦੋਂ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਜੇ ਸਿੱਧਾ ਹੀ ਬੈਂਕ ਦੁਆਰਾ ਹੀ ਮੈਨੂੰ ਪੇਮੈਂਟ ਆ ਰਹੀ, ਮੈਨੂੰ ਕੀ ਪਤਾ ਲੱਗ ਰਿਹਾ? ਮੈਨੂੰ ਕੈਸ਼ ਬੁੱਕ 'ਚ ਤਾਂ ਨਹੀਂ ਪਤਾ ਲੱਗ ਰਿਹਾ ਨਾ, ਉੱਤੇ ਬੈਂਕ ਸਟੇਟਮੈਂਟ 'ਚ ਨਹੀਂ ਪਤਾ ਲੱਗਿਆ ਕਿ ਕਿਹੜੇ 'ਚ ਰਿਸਿਪਟ ਆਏਗੀ ਹੈ। ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਮੇਰੇ ਅਕਾਊਂਟ 'ਚ ਇਹ ਪੈਸੇ ਪਏ ਹੈ। ਠੀਕ ਹੈ ਨਾ? ਤਾਂ ਇਹ ਆਪਸ਼ਨ ਆ ਜਾਏਗਾ ਕਿ ਕੈਸ਼ ਬੁੱਕ ਵਿਲ ਸ਼ੋ ਲੈਸ ਬੈਲੈਂਸ, ਬੈਂਕ ਬੁੱਕ ਵਿਲ ਸ਼ੋ ਮੋਰ ਬੈਲੈਂਸ। ਠੀਕ ਹੈ। ਅਗਲਾ ਕੁਐਸਚਨ ਹੈ, ਹੁਣ ਆਪਾਂ ਜਿਹੜੇ ਪਿਛਲੇ ਆਪਾਂ ਪ੍ਰੈਕਟਿਸ ਕਰਤੀਆਂ, ਕੋਈ ਟੌਪਿਕ ਕੀਤੇ ਆ, ਉਹਦੀ ਪ੍ਰੈਕਟਿਸ ਚੱਲ ਰਹੀ ਹੈ ਨਾਲ ਹੁਣ ਆਪਣੀ। ਹੁਣ ਆਪਾਂ ਉਹ ਕੁਐਸਚਨ ਵੀ ਦੇਖਾਂਗੇ। ਠੀਕ ਹੈ। ਆਰ ਲਿਮਟਿਡ ਮੇਕਸ ਪਰਚੇਸਿਸ ਔਨ ਕ੍ਰੈਡਿਟ। ਠੀਕ ਹੈ। ਆਰ ਕੋਈ ਲਿਮਟਿਡ, ਠੀਕ ਹੈ, ਲਿਮਟਿਡ ਚੱਲ ਰਿਹਾ ਆਪਾਂ, ਲਿਮਟਿਡ ਹੈ ਕੋਈ ਕੰਪਨੀ ਹੈ, ਉਹਨੇ ਪਰਚੇਸਿਸ ਕੀਤੀਆਂ ਕ੍ਰੈਡਿਟ 'ਤੇ। ਇਫ ਦਾ ਪਰਚੇਸਿਸ ਆਰ ਨੋਟ ਹੈਜ਼ ਪਰ ਦਾ ਸਪੈਸੀਫਿਕੇਸ਼ਨ। ਠੀਕ ਹੈ। ਮਤਲਬ ਕਿ ਜੈਸਾ ਉਹ ਚਾਹੁੰਦਾ ਸੀ ਵੈਸੇ ਨਹੀਂ ਹੋ ਪਾਏ, ਤਾਂ ਕੰਪਨੀ ਨੇ ਰਿਟਰਨ ਕਰਤੇ ਸਪਲਾਇਰ ਨੂੰ। ਤਾਂ ਦਾ ਬੁੱਕ ਡੈਟ ਇਜ਼ ਯੂਜ਼ ਟੂ ਰਿਕਾਰਡ ਸੱਚ ਰਿਟਰਨਸ, ਤਾਂ ਆਪਾਂ ਉਹਨੂੰ ਕੀ ਕਹਾਂਗੇ? ਸਪਲਾਇਰ ਨੂੰ ਜਿਹੜਾ ਰਿਕਾਰਡ, ਸਪਲਾਇਰ ਕੀ ਰਿਕਾਰਡ ਕਰੇਗਾ? ਦੱਸੋ। ਸਪਲਾਇਰ ਨਹੀਂ, ਮਤਲਬ ਕਿ ਸਪਲਾਇਰ ਨਹੀਂ ਆਏਗਾ ਉਰੇ, ਸੋਰੀ। ਆਪਾਂ ਨੂੰ ਉਰੇ ਪੁੱਛ ਰਿਹਾ ਕਿ ਜਿਹੜੇ ਆਰ ਕੰਪਨੀ ਹੈ ਉਹਨੇ ਪਰਚੇਸਿਸ ਕੀਤੇ ਔਨ ਕ੍ਰੈਡਿਟ 'ਤੇ। ਇਫ ਦਾ ਪਰਚੇਸਿਸ ਆਰ ਨੋਟ ਹੈਜ਼ ਪਰ ਸਪੈਸੀਫਿਕੇਸ਼ਨ ਦ ਕੰਪਨੀ ਰਿਟਰਨ ਦੈਮ ਟੂ ਦ ਸਪਲਾਇਰ। ਕੰਪਨੀ ਨੇ ਸਪਲਾਇਰ ਨੂੰ ਉਹ ਕਰਤੇ, ਮਤਲਬ ਕਿ ਵਾਪਸ ਕਰਤੇ। ਤਾਂ ਆਰ ਜਿਹੜਾ ਆਰ ਲਿਮਟਿਡ ਹੈ, ਉਹ ਆਪਣੀ ਬੁੱਕ ਵਿੱਚ ਕੀ ਸ਼ੋ ਕਰੇਗਾ? ਉਹ ਸੱਚ ਰਿਟਰਨ ਨੂੰ ਕੀ ਕਹੇਗਾ? ਉਹ ਰਿਟਰਨ ਇਨਵਰਡ ਕਹੇਗਾ, ਰਿਟਰਨ ਆਊਟਵਰਡ ਕਹੇਗਾ, ਕੈਸ਼ ਬੁੱਕ ਕਹੇਗਾ, ਜਨਰਲ ਪ੍ਰੋਪਰ ਕਹੇਗਾ? ਦੱਸੋ। ਤੁਹਾਨੂੰ ਕਰਾਇਆ ਸੀ ਜਦੋਂ ਰਿਟਰਨ ਇਨਵਰਡ ਆਊਟਵਰਡ ਬਾਰੇ ਦੱਸਿਆ ਸੀ ਤੁਹਾਨੂੰ ਮੈਂ। ਠੀਕ ਹੈ। ਦੱਸੋ। ਪੂਰਾ ਆਏਗਾ ਬੀ ਆਪਸ਼ਨ, ਰਿਟਰਨ ਆਊਟਵਰਡ ਹੀ ਕਹੇਗਾ ਨਾ। ਜੇ ਸੇ ਰਿਟਰਨ ਹੋਏਗਾ ਤਾਂ ਇਨਵਰਡ ਕਹੇਗਾ, ਜੇ ਪਰਚੇਸਿਸ ਰਿਟਰਨ ਹੋਏਗਾ ਤਾਂ ਰਿਟਰਨ ਆਊਟਵਰਡ ਕਹਿੰਦੇ ਆ। ਠੀਕ ਹੈ ਫਰੈਂਡਸ। ਅੱਗੇ ਦੇਖਦੇ ਹਾਂ। ਦ ਪੀਰੀਓਡਿਕਲ ਟੋਟਲ ਆਫ ਡਿਸਕਾਊਂਟ ਕੋਲਮ ਔਨ ਦ ਰਿਸਿਪਟ ਸਾਈਡ ਆਫ ਟ੍ਰਿਪਲ ਕੋਲਮ ਕੈਸ਼ ਬੁੱਕ ਇਜ਼ ਰਿਕਾਰਡਡ ਐਟ ਟੂ ਦਾ। ਦੱਸੋ। ਜਿਹੜਾ ਆਪਾਂ ਪੀਰੀਓਡਿਕਲੀ ਟੋਟਲ ਕਰਦੇ ਹਾਂ ਡਿਸਕਾਊਂਟ ਕੋਲਮ ਦਾ, ਰਿਸਿਪਟ ਸਾਈਡ ਦਾ, ਆਫ ਦਾ ਟ੍ਰਿਪਲ ਕੋਲਮ ਕੈਸ਼ ਬੁੱਕ ਇਸ ਰਿਕਾਰਡ ਟੂ ਦਾ, ਕਿਹੜੇ ਕਿੱਥੇ ਰਿਕਾਰਡ ਕਰਾਂਗੇ? ਕ੍ਰੈਡਿਟ ਸਾਈਡ ਆਫ ਡਿਸਕਾਊਂਟ ਅਕਾਊਂਟ 'ਚ ਕਰਾਂਗੇ, ਕ੍ਰੈਡਿਟ ਸਾਈਡ ਆਫ ਦੀ ਪ੍ਰੋਵੀਜ਼ਨ ਫॉर ਡਿਸਕਾਊਂਟ ਅਕਾਊਂਟ 'ਚ ਕਰਾਂਗੇ, ਜਾਂ ਡੈਬਿਟ ਸਾਈਡ ਆਫ ਦੀ ਡਿਸਕਾਊਂਟ ਅਕਾਊਂਟ 'ਚ ਕਰਾਂਗੇ, ਜਾਂ ਕ੍ਰੈਡਿਟ ਸਾਈਡ ਆਫ ਦੀ ਡਿਸਕਾਊਂਟ ਅਕਾਊਂਟ 'ਚ ਕਰਾਂਗੇ, ਡੈਟਸ ਅਕਾਊਂਟ 'ਚ ਕਰਾਂਗੇ? ਸਾਨੂੰ ਡਿਸਕਾਊਂਟ ਮਿਲ ਰਿਹਾ, ਰਿਸਿਪਟ ਸਾਈਡ ਦੀ ਗੱਲ ਕੀਤੀ ਹੈ, ਔਰ ਧਿਆਨ ਨਾਲ ਦੇਖੋ। ਜੇ ਤੁਸੀਂ ਐਂਟਰੀ ਵੀ ਦੇਖੋ ਤੁਹਾਨੂੰ ਸਮਝ ਆ ਜਾਏਗਾ। ਜੇ ਤੁਸੀਂ ਐਂਟਰੀ ਵੀ ਬਣਾਓ, ਆਪਣੀ ਜਨਰਲ ਐਂਟਰੀ ਬਣਾਓ, ਤੁਹਾਨੂੰ ਸਮਝ ਆ ਜਾਏਗਾ ਡਿਸਕਾਊਂਟ ਮਿਲੇ ਹੈ। ਸਾਨੂੰ ਹਮੇਸ਼ਾ ਕੈਸ਼ ਡਿਸਕਾਊਂਟ ਮਿਲਦਾ। ਠੀਕ ਹੈ ਨਾ? ਤਾਂ ਉਹਨਾਂ ਨੇ ਪੁੱਛਿਆ ਜਿਹੜਾ ਆਪਾਂ ਡਿਸਕਾਊਂਟ ਦਾ ਅਕਾਊਂਟ ਬਣਾਵਾਂ, ਲੈਜਰ ਦਾ, ਜਿਹੜਾ ਲੈਜਰ ਵਿੱਚ ਆਪਾਂ ਜਿਹੜਾ ਅਕਾਊਂਟ ਬਣਾਵਾਂਗੇ ਇਕੱਲਾ ਡਿਸਕਾਊਂਟ ਦਾ, ਉਹ 'ਚ ਆਪਾਂ ਕਿਹੜੇ ਥਾਂ 'ਤੇ ਸ਼ੋਅ ਕਰਾਂਗੇ ਟੋਟਲ? ਕ੍ਰੈਡਿਟ ਸਾਈਡ ਆਫ ਡਿਸਕਾਊਂਟ ਕਰਾਂਗੇ, ਜਾਂ ਕ੍ਰੈਡਿਟ ਸਾਈਡ ਆਫ ਦੀ ਪ੍ਰੋਵੀਜ਼ਨ ਫॉर ਡਿਸਕਾਊਂਟ ਕਰਾਂਗੇ, ਡਿਸਕਾਊਂਟ ਅਕਾਊਂਟ ਕਰਾਂਗੇ, ਜਾਂ ਡੈਬਿਟ ਸਾਈਡ ਆਫ ਦੀ ਡਿਸਕਾਊਂਟ ਅਕਾਊਂਟ ਕਰਾਂਗੇ, ਜਾਂ ਕ੍ਰੈਡਿਟ ਸਾਈਡ ਆਫ ਦੀ ਡੈਟਸ ਅਕਾਊਂਟ ਕਰਾਂਗੇ? ਇਹ ਆਪਾਂ ਕਰਾਂਗੇ ਕ੍ਰੈਡਿਟ ਸਾਈਡ ਆਫ ਡਿਸਕਾਊਂਟ ਅਕਾਊਂਟ। ਜੇ ਤੁਸੀਂ ਐਂਟਰੀ ਬਣਾਓ ਤਾਂ ਕੈਸ਼ ਅਕਾਊਂਟ ਤੁਹਾਨੂੰ ਰਿਸੀਵ ਹੋ ਰਿਹਾ, ਕੈਸ਼ ਆ ਰਿਹਾ ਤੁਹਾਡੇ ਕੋਲ, ਕਿਉਂਕਿ ਕੈਸ਼ ਡਿਸਕਾਊਂਟ ਹੀ ਆਪਾਂ ਪਾਉਂਦੇ ਹਾਂ, ਟ੍ਰੇਡ ਡਿਸਕਾਊਂਟ ਤਾਂ ਆਪਾਂ ਕੈਸ਼ ਬੁੱਕ 'ਚ ਦਿਖਾਉਂਦੇ ਹੀ ਨਹੀਂ। ਜੇ ਆਪਾਂ ਇਕੱਲਾ ਡਿਸਕਾਊਂਟ ਦੀ ਵੀ ਕੋਈ ਜਨਰਲ ਐਂਟਰੀ ਬਣਾਈ ਹੈ ਤਾਂ ਕੈਸ਼ ਅਕਾਊਂਟ ਆਇਆ, ਡੈਬਿਟ ਕੀਤਾ, ਕੀ ਆਇਆ? ਟੂ ਡਿਸਕਾਊਂਟ। ਠੀਕ ਹੈ ਨਾ? ਟੂ ਡਿਸਕਾਊਂਟ ਰਿਸੀਵਡ, ਡਿਸਕਾਊਂਟ ਰਿਸੀਵਡ। ਠੀਕ ਹੈ ਨਾ? ਤਾਂ ਡਿਸਕਾਊਂਟ ਰਿਸੀਵਡ ਦੇ ਖਾਤੇ 'ਚ ਕਿਵੇਂ ਆਪਾਂ ਪਾਵਾਂਗੇ, ਕੋਲਮ ਬਣਾਵਾਂਗੇ ਡਿਸਕਾਊਂਟ ਦਾ, ਤਾਂ ਕ੍ਰੈਡਿਟ ਹੋਇਆ ਸੀ ਡਿਸਕਾਊਂਟ। ਠੀਕ ਹੈ ਨਾ? ਜੋ ਜਨਰਲ ਐਂਟਰੀ ਕੀਤੀ ਕ੍ਰੈਡਿਟ ਹੋਇਆ ਸੀ, ਤਾਂ ਕ੍ਰੈਡਿਟ ਸਾਈਡ 'ਤੇ ਆਪਣਾ ਲੈਜਰ ਵਾਂਗ ਖੋਲ੍ਹ ਲਿਆ, ਕ੍ਰੈਡਿਟ ਸਾਈਡ 'ਤੇ ਆਪਣੇ ਅਮਾਊਂਟ ਪਾਤੀ, ਉਰੇ 1000 ਰੁਪਏ ਪਾ ਦੀ ਸਪੋਜ਼ ਕਰੋ, ਉਹ ਜਿਹਦੇ ਨਾਲ ਉਹਦਾ ਰਿਲੇਸ਼ਨ ਸੀ ਉਹ ਪਾਤਾ। ਠੀਕ ਹੈ? ਬਾਈ ਕੈਸ਼। ਠੀਕ ਹੈ।
तो सपोज को उरे कोई अमाउंट नहीं है तो उरे आप कैरी डाउन पा के इनू मिला देंगे 1000 ਨੂੰ मिलाता फिर ब्रो डाउन हो जाएगा। ब्रो डाउन होएगा तो 1000 रुपया, मतलब कि एक क्रेडिट साइड है, क्रेडिट बैलेंस हो जाएगा। ठीक है, रिकॉर्डेड टू द क्रेडिट साइड ऑफ द डिस्काउंट अकाउंट। डबल एंट्री बुक कीपिंग इनवॉल्व्स, डबल एंट्री बुक कीपिंग की इनवॉल्व होंगे टू अकाउंट्स बीइंग अफेक्टेड फॉर कैश ट्रांजैक्शंस विच आर इक्वल एंड ऑपोजिट टू द वन अनदर, टू सेट ऑफ बुक्स बीइंग केप्ट फॉर द बिजनेस बुक कीपिंग being kept by more than one person, every transaction is recorded once in the journal and again in the ledger। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਹ 'ਚੋਂ? ਕਰੈਕਟ ਆਪਾਂ ਕਿਹਨੂੰ ਕਵਾਂਗੇ? ਆਪਾਂ ਡਬਲ ਐਂਟਰੀ ਬੁੱਕਸ ਕੀ ਇਨਵੋਲਵ ਹੁੰਦਾ? ਤੁਹਾਨੂੰ ਮੈਂ ਕੰਸੈਪਟ ਕਰਾ ਦਿਆ ਡਬਲ ਐਂਟਰੀ ਦਾ, ਦੱਸੋ। ਇਹਦਾ ਆਪਸ਼ਨ ਹੋ ਜਾਏਗਾ ਏ, ਟੂ ਅਕਾਊਂਟਸ ਇਫੈਕਟ ਹੋਣਗੇ ਫॉर कैश ट्रांजैक्शंस विच आर इक्वल एंड ओपोजिट टू वन अनदर। ठीक है ना, ਸਪੋਜ਼ ਕਰੋ ਜੇ ਤੁਸੀਂ ਕੁਝ ਕੈਸ਼ 'ਚ ਖਰੀਦਦੇ ਹੋ, ਕੁਝ ਮਾਲ ਆਉਂਦਾ ਤੁਹਾਡੇ ਕੋਲ, ਇੱਕ ਉਹ ਅਕਾਊਂਟ ਬਣ ਗਿਆ, ਤਾਂ ਪੈਸਾ ਜਾਂਦਾ ਇੱਕ ਉਹ ਅਕਾਊਂਟ ਬਣ ਗਿਆ। ਜੇ ਪੈਸਾ ਗਿਆ ਉਸ ਅਕਾਊਂਟ 'ਚ ਕੀ ਦਿਖਾਓਗੇ ਕਿ ਹਾਂਜੀ ਉਸ ਆਪਾਂ ਅਮਾਊਂਟ ਦਿਖਾਵਾਂਗੇ ਕਿੰਨੀ ਅਮਾਊਂਟ ਗਈ ਹੈ। ਜੇ ਮਾਲ ਆਇਆ ਤਾਂ ਆਪਾਂ ਦਿਖਾਵਾਂਗੇ ਆਪਾਂ ਇੰਨਾ ਮਾਲ ਆਇਆ। ਦੋ ਖਾਤੇ ਇਫੈਕਟ ਹੋ ਗਏ, ਦੋਨੋਂ ਪਾਸੇ ਉਹਦੀ ਐਂਟਰੀਆਂ ਪੈ ਗਈਆਂ। ਜਨਰਲ ਐਂਟਰੀ ਦੋਨੋਂ ਪਾਸੇ ਇਫੈਕਟ ਦਿਖਾਉਂਦਾ, 1000 ਰੁਪਏ ਡੈਬਿਟ ਹੁੰਦਾ 1000 ਰੁਪਏ ਕ੍ਰੈਡਿਟ ਹੁੰਦਾ। ਤਾਂ ਡਬਲ ਐਂਟਰੀ ਬੁੱਕ ਕੀ ਕਹਿੰਦੀ ਹੈ? ਦੋਨੋਂ ਪਾਸੇ ਉਹਦਾ ਇਫੈਕਟ ਪਏਗਾ। ਠੀਕ ਹੈ ਫਰੈਂਡਸ। बैंक ओवरड्राफ्ट इज शोन हैज करंट लाइबिलिटी, कॉन्टीजेंट लाइबिलिटी, अनसिक्योर्ड लोन प्रोविजन। दसो करैक्ट किनू कहोगे आप? बैंक ओवरड्राफ्ट इज शोन हैज द की शो करता, आप कितने शो करते हैं उसनों? बैंक ओवरड्राफ्ट को मतलब कि उसनों आप किस किवें शो किस च करते हैं? आप ये होंदा करंट लाइबिलिटी। ठीक है फ्रेंड्स, बैंक ओवरड्राफ्ट करंट लाइबिलिटी है। ਸਾਨੂੰ ਓਵਰਡਰਾਫਟ ਮਿਲਿਆ, ਸਾਨੂੰ ਪੇਮੈਂਟ ਸਾਨੂੰ ਵਾਲੇ ਉਹ ਪੇਮੈਂਟ ਦੇ ਰਿਹਾ, ਬੈਂਕ ਆਪਣੀ ਇੱਕ ਪੇਮੈਂਟ ਦੇ ਰਿਹਾ, ਸਾਨੂੰ ਦੇ ਰਿਹਾ ਖਰਚਣ ਲਈ। ਅਸੀਂ ਵਾਪਸ ਤਾਂ ਕਰਨੇ ਆ, ਸਾਲ ਦੇ ਅੰਦਰ ਅੰਦਰ ਹੀ ਵਾਪਸ ਕਰਾਂਗੇ। ਕਰੰਟ ਮਤਲਬ 1 ਸਾਲ ਦੇ ਅੰਦਰ ਅੰਦਰ ਪੇਮੈਂਟ ਕਰਨੀ ਜਾਂ ਐਕਸਚੇਂਜ ਕਰਨੀ ਵੈਲਿਊ। ਠੀਕ ਹੈ ਨਾ, ਕਰੰਟ ਲਾਇਬਿਲਿਟੀ ਹੋ ਗਈ। ਵਿਚ ਆਫ ਦਾ ਫੋਲੋਇੰਗ ਇਜ਼ ਦ ਲਾਇਬਿਲਿਟੀ ਆਫ ਦੀ ਫਰਮ, ਕਿਹੜੀ ਚੀਜ਼ ਲਾਇਬਿਲਿਟੀ ਹੋਏਗੀ? ਡੈਬਿਟ ਬੈਲੈਂਸ ਆਫ ਐਨਾਲਿਟੀਕਲ ਪੈਟੀ ਕੈਸ਼ ਬੁੱਕ, ਕ੍ਰੈਡਿਟ ਬੈਲੈਂਸ ਆਫ ਬੈਂਕ ਪਾਸਬੁੱਕ, ਡੈਬਿਟ ਬੈਲੈਂਸ ਆਫ ਬੈਂਕ ਕਾਲਮ ਆਫ ਕੈਸ਼ ਬੁੱਕ, ਕ੍ਰੈਡਿਟ ਬੈਲੈਂਸ ਆਫ ਦੀ ਬੈਕ ਕਾਲਮ ਆਫ ਕੈਸ਼ ਬੁੱਕ। ਦੱਸੋ ਫਰਮ ਦੀ ਲਾਇਬਿਲਿਟੀ ਦੇਣਦਾਰੀ ਕੀ ਹੋਏਗੀ? ਇਹਨਾਂ 'ਚੋਂ ਕਿਹੜਾ ਬੈਲੈਂਸ ਦੇਣਦਾਰੀ ਵਾਲਾ ਕਹਾਇਆ ਜਾਏਗਾ? A B C D, ਇਹਦਾ ਆਨਸਰ ਆਏਗਾ ਡੀ। ਕ੍ਰੈਡਿਟ ਬੈਲੈਂਸ ਮਤਲਬ ਅਨਫੇਵਰੇਬਲ ਬੈਲੈਂਸ, ਤਾਂ ਕ੍ਰੈਡਿਟ ਬੈਲੈਂਸ ਆਫ ਬੈਂਕ ਕਾਲਮ ਆਫ ਕੈਸ਼ ਬੁੱਕ ਆਪਾਂ ਦੱਸਾਂਗੇ ਕਿ ਸਾਡਾ OD ਹੈ, ਸਾਨੂੰ ਪੇਮੈਂਟ ਕਰਨੀ ਹੈ, ਸਾਨੂੰ ਬੈਂਕ ਨੇ OD ਦਿੱਤੀ ਹੋਈ ਹੈ। ਠੀਕ ਹੈ ਨਾ, ओवरड्राफ्ट दिता होया। अगला क्वेश्चन देखते हैं, रेंट आउटस्टैंडिंग फॉर द मंथ ऑफ दिसंबर 12 कितने अपीयर होएगा? रेंट आउटस्टैंडिंग है, डेबिट साइड ऑफ कैश बुक च होएगा, क्रेडिट साइड ऑफ दी कैश बुक च होएगा, आइदर साइड होएगा, नाउ वेयर होएगा, नो वेयर होएगा, सॉरी कितने भी नहीं होएगा इन्हां चों। ਇਹਦਾ आंसर हैगा डी, क्योंकि आउटस्टैंडिंग गल कर रहे हैं, रेंट आउटस्टैंडिंग है, कैश च कोई ट्रांजैक्शन नहीं। ठीक है ना, कैश बुक च आएगा डेबिट साइड, ना क्रेडिट साइड आएगा, ना इधर साइड आएगा, तो डी ऑप्शन आ जाएगा। गुड्स वर्थ 5000 परचेज फ्रॉम ए ऑन क्रेडिट साइड विल बी रिकॉर्डेड ऑन, नहीं क्रेडिट साइड नहीं सॉरी, गुड्स खरीदे ने ए ने, आपने ए तो खरीदे ने 5000 ਦੇ ਉਧਾਰੀ ਤੇ, ਆਪਾਂ ਕਿੱਥੇ ਰਿਕਾਰਡ ਕਰਾਂਗੇ? ਡੈਬਿਟ ਸਾਈਡ ਆਫ ਦੀ ਕੈਸ਼ ਬੁੱਕ ਕਰਾਂਗੇ, ਕ੍ਰੈਡਿਟ ਸਾਈਡ ਆਫ ਦੀ ਕੈਸ਼ ਬੁੱਕ ਕਰਾਂਗੇ, नो वेयर इन द कैश बुक करांगे, या आइदर वो ए और बी होएगा? दसो ये होएगा सी ऑप्शन, नो वेयर इन द कैश बुक, क्योंकि आप क्रेडिट से खरीदे ने, क्रेडिट वाली एंट्री कितने आती है? परचेस बुक च आती है। ठीक है ना फ्रेंड्स। अगला क्वेश्चन है, प्रीपेड रेंट इज द, प्रीपेड रेंट किनू कहोगे? नॉमिनल अकाउंट नू कहोगे, रिप्रेजेंटेटिव पर्सनल अकाउंट नू कहोगे, टेंजिबल एसेट नू कहोगे, नन नू कहोगे, जो उपरा तिना चो कोई नहीं है। दसो किहड़ा ऑप्शन ठीक होएगा? 5 सैकेंड तुहाडे कोल। ये आ जाएगा अपना बी ऑप्शन, रिप्रेजेंटेटिव पर्सनल अकाउंट है। जब तक आपने प्रीपेड रेंट एडवांस च देता, आपने एडवांस च देता आपने, ठीक है ना। नहीं 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 उरे रिप्रेजेंटेटिव नहीं आएगा, सॉरी सॉरी सॉरी, उरे आएगा सी ऑप्शन, टेंजिबल एसेट अपना।
अपना फिलहाल ये एसेट है, प्रीपेड रेंट मतलब एडवांस च पे करता, मैं और आउटस्टैंडिंग फिर समझ गया, मगर नहीं एडवांस च पे किया, प्रीपेड मतलब एडवांस च रेंट पे करता मैंने, ठीक है ना, मैंने एडवांस देता, वो अगे जाके मेरी लायबिलिटी बनेगी। फिलहाल वो मेरा एसेट है, टेंजीबल एसेट है, टेंजीबल जो सानू दिखाई दिंदा है, रेंट है मतलब कि इन्ना रेंट मैंने पे किया, सानू पता लग रहा करंट एसेट है, ठीक है ना, सी ऑप्शन आ जाएगा और, ठीक है फ्रेंड्स। परचेसिस अकाउंट विल हैव नो बैलेंस एट ऑल, डेबिट बैलेंस, क्रेडिट बैलेंस, डेबिट और क्रेडिट, दसो परचेसिस अकाउंट का किहड़ा बैलेंस होंदा है, ए बी सी डी, ਇਹਦਾ हमेशा बी ऑप्शन आ जाएगा, डेबिट बैलेंस होंदा परचेसिस अकाउंट का, ठीक है। अगला क्वेश्चन, डेप्रीशिएशन ऑन फिक्स एसेट इज इनिशियली जनरलाइज्ड इन, ਜਿਹੜੀ ਆਪਾਂ ਡੈਪਰੇਸ਼ਨ ਫਿਕਸ ਐਸਟ ਉੱਪਰ ਲਾਉਂਦੇ ਆ, ਉਹ ਆਪਾਂ ਕਿਸ ਮਤਲਬ ਕਿੱਥੇ ਦਿਖਾਉਂਦੇ ਆ ਆਪਾਂ, ਮਤਲਬ ਕਿ ਐਕਚੁਅਲ ਜੋ ਐਂਟਰੀ ਕਿਵੇਂ ਪੈਂਦੀ, ਕਿੱਥੇ ਪੈਂਦੀ ਹੈ, ਫਿਕਸ ਐਸਟ ਅਕਾਊਂਟ 'ਚ ਪੈਂਦੀ ਹੈ, ਕੈਸ਼ ਜਨਰਲ 'ਚ ਪੈਂਦੀ ਹੈ, ਡੈਪਰੇਸ਼ਨ ਅਕਾਊਂਟ 'ਚ ਪੈਂਦੀ ਹੈ, ਜਨਰਲ 'ਚ ਪੈਂਦੀ ਹੈ, ਦੱਸੋ। ਇਹਦਾ ਆਨਸਰ ਆਏਗਾ ਇਹ ਆਪਸ਼ਨ। ਪਹਿਲੇ ਆਪਾਂ ਜਨਰਲ 'ਚ ਆਪਾਂ ਉਹਦੀ ਐਂਟਰੀ ਪਾਵਾਂਗੇ, ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਉਹਦਾ ਅਕਾਊਂਟ ਬਣੇਗਾ ਡੈਪਰੇਸ਼ਨ ਦਾ। ਫਿਕਸ ਐਸਟ 'ਚੋਂ ਕੀ ਕਰਦੇ ਆਪਾਂ, ਫਿਕਸ ਐਸਟ ਵਿੱਚੋਂ ਆਪਾਂ ਮਾਈਨਸ ਕਰ ਦਿੰਦੇ ਡੈਪਰੇਸ਼ਨ, ਸਿਰਫ ਉਹਦੀ ਨੈਟ ਫਿਕਸ ਐਸਟ ਵੈਲਿਊ ਦਿਖਾਉਂਦੇ ਆ ਸਿਰਫ। ਇੱਕ ਡੈਪਰੇਸ਼ਨ ਅਕਾਊਂਟ ਬਣਦਾ, ਉਸ ਤੋਂ ਪਹਿਲੇ ਇੱਕ ਐਂਟਰੀ ਬਣਦੀ ਹੈ, ਠੀਕ ਹੈ ਨਾ। ਮਗਰ ਜੇ ਆਪਾਂ ਫਿਕਸ ਐਸਟ ਮਤਲਬ ਕਿ ਉਹਦੇ ਜੇ ਮੈਂ ਬੈਲੈਂਸ ਸ਼ੀਟ 'ਚ ਇਹਨੂੰ ਲੈ ਕੇ ਜਾਵਾਂ ਤਾਂ ਇਹ 'ਚੋਂ ਮਾਈਨਸ ਹੁੰਦੀ ਹੈ ਸਿਰਫ। ਮਗਰ ਜੇ ਆਪਾਂ ਅਕਾਊਂਟ ਬਣਾਈਏ ਪਰਟੀਕੂਲਰ, ਉਸ ਵਿੱਚ ਆਪਾਂ ਦਿਖਾਉਣਾ ਪੈਂਦਾ ਸਾਨੂੰ, ਕਿਉਂਕਿ ਆਪਾਂ ਜਦੋਂ ਤੁਹਾਨੂੰ ਦੱਸਿਆ ਸੀ ਕਿ ਡੈਪਰੇਸ਼ਨ ਦੀ ਵੈਲਿਊ ਦੱਸੀ ਸੀ, ਤਾਂ ਆਪਾਂ ਵੈਲਿਊ ਕੱਟੀ ਦੀ ਤਾਂ ਹੈ ਨਾ, ਸਾਲ ਦੇ ਐਂਡ ਜਿੰਨੀ ਵੈਲਿਊ 40,000 ਦੀ ਵੈਲਿਊ ਸੀ ਤਾਂ 5%, ਤਾਂ ਕਿੰਨਾ ਹੋ ਗਿਆ, 2,000 ਹੋ ਗਿਆ, 2,000 ਹੋ ਗਿਆ, ਤਾਂ ਕੱਟ ਕੇ ਜਿੰਨੀ ਵੈਲਿਊ ਰਹਿ ਗਈ 38,000 ਰਹਿ ਗਈ ਸਾਲ ਦੇ ਅੰਤ ਵਿੱਚ, ਅਤੇ ਆਪਾਂ ਦਿਖਾਉਂਦੇ ਹਾਂ ਵੈਲਿਊ, ਤਾਂ ਆਪਾਂ ਪਰਟੀਕੂਲਰ ਅਕਾਊਂਟ 'ਚ ਸਾਨੂੰ ਪਤਾ ਲੱਗਦਾ ਕਿ ਇਹਦੀ ਇੰਨੀ ਵੈਲਿਊ ਰਹਿ ਗਈ, ਠੀਕ ਹੈ ਨਾ। ਤਾਂ ਸਭ ਤੋਂ ਪਹਿਲਾਂ ਉਹਨੂੰ ਜਨਰਲ 'ਚ ਦਿਖਾਉਂਦੇ ਕਿ ਐਂਟਰੀ ਪਾਉਂਦੇ ਆਪਾਂ ਜਨਰਲ ਦੀ, ਫਿਰ ਆਪਾਂ ਉਸ ਤੋਂ ਬਾਅਦ ਉਹਨੂੰ ਅਕਾਊਂਟ 'ਚ ਕਨਵਰਟ ਕਰਦੇ ਹਾਂ, ਪੋਸਟਿੰਗ ਕਰਦੇ ਹਾਂ ਲੈਜਰ ਦੀ, ਠੀਕ ਹੈ ਨਾ, ਦੱਸਿਆ ਸੀ ਤੁਹਾਨੂੰ ਮੈਂ, ਠੀਕ ਹੈ ਨਾ, ਇਹ ਆਪਸ਼ਨ ਆ ਜਾਏਗਾ ਉਹਦੇ, ਠੀਕ ਹੈ ਫਰੈਂਡਸ। ਅੱਜ ਲਈ ਕੁਐਸਚਨ ਇੰਨੇ ਹੀ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਇਹਨੂੰ ਕਿਰਪਾ ਕਰਕੇ ਲਾਈਕ ਕਰਿਓ, ਇਸ ਨੂੰ ਸ਼ੇਅਰ ਕਰਿਓ, ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਵੇ ਤੁਹਾਨੂੰ, ਜੇ ਵੀਡੀਓ ਚਲਾਉਂਦੇ ਹੋਏ ਵੀ ਕੋਈ ਪ੍ਰੋਬਲਮ ਆਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਤੁਹਾਡੇ ਵੱਲੋਂ, ਸੌਰੀ ਮੇਰੇ ਵੱਲੋਂ ਮਾਫੀ, ਠੀਕ ਹੈ ਫਰੈਂਡਸ। ਆਪਾਂ ਇਵੇਂ ਪ੍ਰੈਕਟਿਸ ਕਰਦੇ ਜਾਵਾਂਗੇ। ਅਤੇ ਇੱਕ ਕੁਐਸਚਨ ਤੁਹਾਡੇ ਤੋਂ ਮੈਂ ਪੁੱਛਿਆ ਸੀ, ਉਹਦਾ ਜ਼ਰੂਰ ਮੈਨੂੰ ਤੁਸੀਂ ਆਨਸਰ ਦੇਣਾ। 19 ਕੁਐਸਚਨ ਸੀ ਸ਼ਾਇਦ ਮੇਰਾ, ਤੁਹਾਨੂੰ ਦੱਸ ਦਿੰਦਾ ਕਿਹੜਾ ਕੁਐਸਚਨ ਸੀ। ਆਹ ਕੁਐਸਚਨ ਸੀ, ਠੀਕ ਹੈ, ਇਹਦਾ ਆਨਸਰ ਜ਼ਰੂਰ ਦੇਣਾ, ਠੀਕ ਹੈ ਫਰੈਂਡਸ। ਤੁਹਾਨੂੰ ਕੋਈ ਪ੍ਰੋਬਲਮ ਆਏ ਫਿਰ ਤੁਹਾਨੂੰ ਨੈਕਸਟ ਲੈਕਚਰ 'ਚ ਇਹਨੂੰ ਐਕਸਪਲੇਨ ਕਰਾਂਗਾ ਮੈਂ, ਠੀਕ ਹੈ। ਜਦੋਂ ਤੁਹਾਨੂੰ ਪਿਛਲੇ ਵੀ ਜਿਹੜੇ ਕੁਝ ਕੁਐਸਚਨ ਪੁੱਛੇ ਸੀ ਮੈਂ ਉਹਦਾ ਵੀ ਐਕਸਪਲੇਨ ਕਰਾਂਗਾ, ਠੀਕ ਹੈ ਫਰੈਂਡਸ। ਬਸ ਤੁਹਾਨੂੰ ਮੈਂ ਕੋਈ ਕਨਫਿਊਜ਼ਨ ਨਹੀਂ ਰਹਿਣ ਦੇਣੀ, ਅਕਾਊਂਟ ਤੁਹਾਨੂੰ ਐਨ ਕਲੀਅਰ ਹੋ ਜਾਣਾ, ਨਾਲ ਨਾਲ ਪ੍ਰੈਕਟਿਸ ਕਰਾਂਗੇ ਨਾ ਤਾਂ ਅਕਾਊਂਟ ਕਲੀਅਰ ਹੋ ਜਾਏਗਾ, ਠੀਕ ਹੈ ਫਰੈਂਡਸ। ਚਲੋ ਹੁਣ ਕੱਲ੍ਹ ਮਿਲਾਂਗੇ ਆਪਾਂ, ਥੈਂਕ ਯੂ।